स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट जी भास्कर जी और इंद्रप्रीत जी। जी आया जी। बहुत बहुत शुक्रिया रंधावा जी। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਇੰਦਰਪ੍ਰੀਤ ਜੀ, ਫਿਰ ਮਾਸਟਰ ਜੀ ਆ ਰਹੇ ਨੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਨੇੜਿਓਂ ਦੇਖਣ ਜਾਚਣ ਲਈ, ਪਰਖਣ ਲਈ। ਜ਼ੋਰ ਲੱਗੂ ਪੂਰਾ ਵਿਧਾਨ ਸਭਾ ਦੇ ਵਿੱਚ 20 ਤਰੀਕ ਨੂੰ ਕੇਜਰੀਵਾਲ ਸਾਹਿਬ ਦੀ ਹਾਜ਼ਰੀ 'ਚ ਮੰਤਰੀ ਤੇ ਵਿਧਾਇਕ ਅੱਗੇ ਤੋਂ ਅੱਗੇ ਹੋ ਕੇ ਆਪਣੀ ਗੱਲ ਰੱਖਣਗੇ। ਇਸ ਤੋਂ ਪਹਿਲਾਂ ਬੇਅਦਬੀ ਮਾਮਲਿਆਂ 'ਚ ਨਸ਼ਿਆਂ ਦੇ ਉੱਤੇ ਵਿਸ਼ੇਸ਼ ਸੈਸ਼ਨ ਅਸੀਂ ਦੇਖੇ ਨੇ ਔਰ ਜਿਵੇਂ ਹੁੱਬ ਕੇ ਕਾਂਗਰਸੀਏ ਉਹਨਾਂ ਮਾਮਲਿਆਂ 'ਚ ਬੋਲਦੇ ਰਹੇ ਨੇ। ਇਸ ਵਾਰੀ ਆਮ ਆਦਮੀ ਪਾਰਟੀ ਕੋਲ ਉਹ ਮੌਕਾ ਹੋਊਗਾ ਕਿ ਉਹ ਆਪਣੇ ਆਪ ਨੂੰ ਕਿਵੇਂ ਸਾਬਤ ਕਰਦੇ ਆ, ਪੇਸ਼ ਕਰਦੇ ਆ। ਵੇਖਣਾ ਹੋਊਗਾ ਕਿ ਪਹਿਲੀ ਵਾਰੀ ਇਹ ਪਾਰਟੀ ਫੈਡਰਲ ਢਾਂਚੇ ਦੇ ਉੱਤੇ ਕਿਵੇਂ ਗੱਲ ਕਰਦੀ ਆ, ਕੇਂਦਰ ਸਟੇਟ ਸੰਬੰਧਾਂ ਤੇ ਕਿਵੇਂ ਗੱਲ ਕਰਦੀ ਆ ਔਰ ਵੱਖ-ਵੱਖ ਮੌਕਿਆਂ ਦੇ ਉੱਤੇ ਜਦੋਂ ਲਏ ਗਏ ਇਹਨਾਂ ਦੇ ਸਟੈਂਡ ਆ ਤੇ ਇਹ ਹੁਣ ਲਏ ਗਏ ਸਟੈਂਡ ਆਪਸ ਵਿੱਚ ਕਿਵੇਂ ਮੇਲ ਖਾਂਦੇ ਆ। ਬੜਾ ਦਿਲਚਸਪ ਹੋਣ ਵਾਲਾ। ਦੂਜੀ ਖਬਰ ਬਹੁਤ ਅਹਿਮ ਆ ਜਿਹਦੇ ਵਿੱਚ ਇੱਕ ਸਾਬਕਾ ਮੁੱਖ ਮੰਤਰੀ ਹੋਰ ਘਿਰਦੇ ਨਜ਼ਰ ਆ ਰਿਹਾ। ਕੀ ਚਰਨਜੀਤ ਸਿੰਘ ਚੰਨੀ ਨੇ ਕੋਈ ਐਸੀ ਜ਼ਮੀਨ ਸਰਕਾਰ ਦੀ ਜਿਹੜੀ ਗੋਆ ਵਰਗੇ ਡੈਸਟੀਨੇਸ਼ਨ ਤੇ ਆ ਉਹ ਕਿਸੇ ਨੂੰ ਕੌਡੀਆਂ ਦੇ ਪਾ ਦੇਤੀ? ਕਿ ਵਿਜੀਲੈਂਸ ਨੇ ਸੰਬੰਧਿਤ ਵਿਭਾਗ ਕੋਲੋਂ ਰਿਕਾਰਡ ਮੰਗਿਆ? ਇਹਦੇ ਤੇ ਜਾਣਿਆ। ਤੀਜੀ ਖਬਰ ਵੀ ਅਹਿਮ ਆ ਔਰ ਉਹ ਖਬਰ ਗਵਰਨਰ ਸਾਹਿਬ ਤੇ ਮੁੱਖ ਮੰਤਰੀ ਦੇ ਟਕਰਾਅ ਵਾਲੀ ਹੈ। ਗਵਰਨਰ ਤੇ ਸਟੇਟ ਦੇ ਵਿੱਚ ਟਕਰਾਅ। ਵੈਸੇ ਗਵਰਨਰ ਸਾਹਿਬ ਕਹਿੰਦੇ ਵੀ ਸਟੇਟ ਤਾਂ ਮੇਰੀ, ਫਿਰ ਟਕਰਾਅ ਕਾਹਦਾ? ਜੇ ਕਿਤੇ ਤੁਹਾਡੀ ਸਟੇਟ ਦਾ ਕੋਈ ਮਾੜਾ ਮੋਟਾ ਸੰਦ, ਕੋਈ ਪੁਰਜਾ ਇੱਧਰ ਉੱਧਰ ਹੋ ਵੀ ਜਾਂਦਾ, ਉਹਨੂੰ ਠੀਕ ਕਰੋ ਕਿ ਉਹਦੇ ਨਾਲ ਲੜਨ ਬਹਿ ਜਾਣਾ ਜਾਂ ਤੋੜਨ ਭੰਨਣ ਬਹਿ ਜਾਣਾ। ਖੈਰ, ਇਹਦੇ ਉੱਤੇ ਕਾਫੀ ਅਹਿਮ ਡਿਵੈਲਪਮੈਂਟ ਆ। ਗਵਰਨਰ ਸਾਹਿਬ ਪੱਤਰ ਲਿਖਦੇ ਨੇ, ਵਿਰੋਧੀ ਧਿਰਾਂ ਕਟਾਰੂ ਚੱਕ ਦੇ ਮਾਮਲੇ 'ਚ ਇਕੱਠੀਆਂ ਹੋ ਜਾਂਦੀਆਂ ਨੇ। ਗਵਰਨਰ ਕੀ ਕਹਿ ਰਹੇ ਆ ਇਹ ਕਾਫੀ ਅਹਿਮ ਆ। ਹੁਣ ਇਹਦੇ ਉੱਤੇ ਸਰਕਾਰ ਕੀ ਕਹਿੰਦੀ ਹੈ, ਕਿਉਂਕਿ ਗਵਰਨਰ ਸਾਹਿਬ ਵਿਧਾਨ ਸਭਾ ਦੇ ਸੈਸ਼ਨ 'ਚ ਫਿਰ ਮਿਲਣ ਵਾਲੇ ਆ। ਹੁਣ ਇਹ ਰਿਸ਼ਤੇ ਸਾਜ਼ਗਰ ਕਿਵੇਂ ਹੋ ਸਕਦੇ ਆ, ਫਰੂਟਫੁਲ ਕਿਵੇਂ ਹੋ ਸਕਦੇ ਆ, ਇਹਨਾਂ ਦੇ ਉੱਤੇ ਲੋਕਾਂ ਦੀ ਨਜ਼ਰ ਹੈ। ਅਸੀਂ ਲਵਾਂਗੇ ਟਵਿੱਟਰ ਦੇ ਫਾਰਮਰ CEO ਉਹ ਬਿਆਨ, ਮੋਦੀ ਸਾਹਿਬ ਦਾ ਅਮਰੀਕਾ ਦਾ ਦੌਰਾ, ਉਹ ਗੇੜੀ, ਉਸ ਤੋਂ ਪਹਿਲਾਂ ਬਣਿਆ ਮਾਹੌਲ, BBC ਦੀ ਉਹ ਡਾਕੂਮੈਂਟਰੀ ਔਰ ਕੁਝ ਵਿਖਾਵੇ, ਉਹ ਸਾਰੀਆਂ ਗੱਲਾਂ, ਪ੍ਰਦਰਸ਼ਨ, ਇਹਦੇ ਨਾਲ ਅਸੀਂ ਕਿਸਾਨਾਂ ਦੇ ਧਰਨੇ ਇਹਨਾਂ ਦਿਨਾਂ ਦੇ ਵੀ ਕਾਫੀ ਅਹਿਮ ਦੇਖ ਰਹੇ ਹਾਂ। ਕਿ ਇੱਕ ਵਾਰੀ ਫਿਰ ਕਿਸਾਨ ਅੰਦੋਲਨ ਦੀ ਆਹਟ ਹਰਿਆਣੇ 'ਚ ਜਿਸ ਤਰੀਕੇ ਨਾਲ ਮੋਬਿਲਾਈਜ਼ ਕੀਤਾ ਗਿਆ ਕਿਸਾਨਾਂ ਨੂੰ, ਪੰਜਾਬ ਵਾਲੇ ਥੋੜੇ ਨਿਸਲ ਹੋਏ ਲੱਗਦੇ ਆ। ਪੰਜਾਬ ਵਾਲਿਆਂ ਦੇ ਵਿੱਚ ਆਪਸੀ ਧੜੇਬੰਦੀ ਨੇ ਉਹ ਜਿਹੜਾ ਕਿਸਾਨੀ ਦਾ ਦਬਾਅ ਬਣਿਆ ਸੀ ਉਹਨੂੰ ਤਾਂ ਘਟਾਇਆ। ਪਰ ਵੇਖਣ ਵਾਲੀ ਗੱਲ ਹੈ ਕਿ ਹੁਣ ਇਹ ਮੂਵ ਕਿੱਧਰ ਨੂੰ ਜਾਂਦੀ ਹੈ। ਖੈਰ, ਇਹਨਾਂ ਸਾਰੇ ਮਾਮਲਿਆਂ ਤੇ ਅੱਗੇ ਵੱਧਦੇ ਆ। ਇੰਦਰਪ੍ਰੀਤ ਜੀ, ਇਹ ਖਬਰ ਤੁਹਾਡੀ ਹੈ, ਤੁਹਾਨੂੰ ਲੈਣੀ ਬਣਦੀ ਆ ਕਿ ਕੇਜਰੀਵਾਲ ਸਾਹਿਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ 'ਚ ਵਿਸ਼ੇਸ਼ ਮਹਿਮਾਨ ਵਜੋਂ ਆ ਰਹੇ ਨੇ ਔਰ ਜਦੋਂ ਉਹ ਆਉਣਗੇ ਤਾਂ ਕੁਦਰਤੀ ਤੌਰ ਤੇ ਦਿੱਲੀ ਦੇ ਵਿੱਚ ਉਹ ਆਰਡੀਨੈਂਸ ਜਿਹੜਾ ਕੇਂਦਰ ਨੇ ਲਿਆਂਦਾ ਹੈ ਸ਼ਕਤੀਆਂ ਖੋਹਣ ਵਾਲਾ। ਹੁਣ ਸ਼ਕਤੀਸ਼ਾਲੀ ਵਿਅਕਤੀ ਪੰਜਾਬ ਦਾ ਕੇਜਰੀਵਾਲ ਹੈ ਜਿਹੜਾ ਨਿਰਧਾਰਿਤ ਕਰਦਾ ਹੈ ਕਿ ਤੁਹਾਨੂੰ ਕਿਹੜਾ ਅਹੁਦਾ ਮਿਲਣਾ ਹੈ, ਤੁਹਾਨੂੰ ਕਿਹੜਾ ਪੋਰਟਫੋਲੀਓ ਮਿਲਣਾ ਹੈ, ਕਿਹਨੂੰ ਮਿਨਿਸਟਰ ਲਾਉਣਾ ਹੈ, ਕਿਹਨੂੰ ਲਾਉਣਾ ਹੈ। ਉਹ ਵਿਅਕਤੀ ਜਦੋਂ ਆਪਣੀਆਂ ਤਾਕਤਾਂ ਲਈ ਆਪਣੇ ਬੰਦਿਆਂ ਕੋਲੋਂ ਉਹਨਾਂ ਦੀ ਕਾਰਗੁਜ਼ਾਰੀ ਦੇਖ ਰਿਹਾ ਹੋਊਗਾ, ਵਾਤਾਵਰਨ ਬੜਾ ਦਿਲਚਸਪ ਹੋਊਗਾ, ਉਤਸ਼ਾਹ ਵਾਲਾ ਹੋਊਗਾ, ਰੌਚਕ ਹੋਊਗਾ। ਕਾਰਗੁਜ਼ਾਰੀਆਂ ਪਰਖੀਆਂ ਜਾਣਗੀਆਂ, ਭਾਸ਼ਣ ਸਕਿੱਲਸ ਦੇਖੀਆਂ ਜਾਣਗੀਆਂ, ਸ਼ਬਦ ਚੋਣ ਦੇਖੀ ਜਾਊਗੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਪਰਿਭਾਸ਼ਿਤ ਕਰਦਿਆਂ ਦੇਖਣਾ ਉਹ ਨਵਾਂ ਇੱਕ ਵਰਤਾਰਾ ਹੋਊਗਾ। ਰੰਧਾਵਾ, ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਛੋਟੀ ਜੀ ਗੱਲ ਦੱਸਣੀ ਚਾਹਨਾ। ਉਹਦੇ ਨਾਲ ਥੋੜੀ ਜੀ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ, ਲੇਕਿਨ ਇੱਕ ਇੰਟਰਸਟਿੰਗ ਹੈ। ਉਹ ਇਹ ਸੀ ਕਿ ਕਿਸ ਦਿਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਗੱਲ ਹੋਈ ਤੇ ਅਸੀਂ ਕਿਹਾ ਵੀ ਤੁਹਾਡੇ ਟਾਈਮ ਜਿਹੜੀਆਂ ਫਸਲਾਂ ਨੇ ਮੰਡੀਆਂ 'ਚ ਇੱਕਦਮ ਚੱਕੀਆਂ ਜਾਂਦੀਆਂ, ਪਤਾ ਹੀ ਨਹੀਂ ਚੱਲਦਾ। ਤੇ ਉੱਥੇ ਜਦੋਂ ਬਾਦਲਾਂ ਦਾ ਟਾਈਮ ਹੁੰਦਾ ਉਦੋਂ ਬਹੁਤ ਜ਼ੋਰ ਲੱਗਦਾ ਤੇ ਸਭ ਰੁਲਦੀਆਂ ਰਹਿੰਦੀਆਂ ਨੇ ਫਸਲਾਂ। ਉਹ ਕਹਿੰਦੇ ਵੀ ਮੈਂ ਤਾਂ ਨਾ ਜਿਹੜਾ ਅਧਿਕਾਰ ਹੈ ਨਾ ਉਹ ਸਾਰੇ ਦਾ ਸਾਰਾ ਥੱਲੇ ਦੇ ਦੇਣਾ। DC ਹੀ CM ਹੁੰਦਾ ਉਸ ਟਾਈਮ। ਉਹ ਜੋ ਫੈਸਲਾ ਲਵੇ, ਨਹੀਂ ਲੈਣਾ ਨਾ ਲਵੇ, ਮੈਨੂੰ ਤਾਂ ਰਿਜ਼ਲਟ ਚਾਹੀਦਾ। ਬਾਦਲ ਸਾਹਿਬ ਥੋੜਾ ਉਲਟ ਕਰਦੇ ਆ। ਬਾਦਲ ਸਾਹਿਬ ਆਪਣੇ ਮੰਤਰੀ ਖੁਦ ਭੇਜ, ਆਪਣੇ MD ਭੇਜ, ਸੈਕਟਰੀ ਭੇਜ। ਉਹ ਹੁੰਦਾ ਕੀ ਹੈ, ਸਾਰੇ ਥੱਲੇ ਜਿਹੜੇ ਬੰਦੇ ਆ ਉਹ ਉਹਨਾਂ ਦੀ ਸੇਵਾ ਭਾਵ ਚ ਲੱਗ ਜਾਂਦੇ ਆ। ਕਿਸਾਨ ਦੀਆਂ ਇਹ ਫਸਲਾਂ ਜਿਹੜੀਆਂ ਉਹ ਰੁਲਦੀਆਂ ਰਹਿੰਦੀਆਂ ਨੇ। ਹੁਣ ਆਹ ਵਾਲਾ ਵੀ ਮਾਮਲਾ ਜਿਹੜਾ ਇਸੇ ਤਰ੍ਹਾਂ ਦਾ ਹੀ ਹੈ। ਉਹ ਹੈ ਸਰਕਾਰ ਇਹਨੂੰ ਫੈਡਰਲ ਸਿਸਟਮ ਦੇ ਉੱਤੇ ਜਿਹੜਾ ਅਟੈਕ ਹੈ ਉਹਨੂੰ ਉਹਦੇ ਰਾਹੀਂ ਪੇਸ਼ ਕਰਨਾ ਚਾਹੁੰਦੀ ਹੈ। ਹੁਣ ਵਿਸ਼ਾ ਬਹੁਤ ਵਧੀਆ ਹੈ ਔਰ ਪੰਜਾਬ ਨੂੰ ਬੜਾ ਸੂਟ ਕਰਦਾ ਹੈ। ਪੰਜਾਬ ਨੂੰ ਕੀ, ਹਰ ਰੀਜਨਲ ਪਾਰਟੀਆਂ ਨੂੰ ਜਾਂ ਜਿੱਥੇ ਵੀ ਰੀਜਨਲ ਪਾਰਟੀਆਂ ਦੀ ਸਰਕਾਰਾਂ ਨੇ, ਸਟੇਟਾਂ ਨੇ, ਉੱਥੇ ਸਭ ਨੂੰ ਇਹ ਸੂਟ ਕਰਦਾ ਹੈ ਕਿ ਜਿਹੜਾ ਕੇਂਦਰ ਸਰਕਾਰ ਆ ਉਹ ਸੱਤਾ ਦਾ ਵਿਕੇਂਦਰੀਕਰਨ ਜਿਹੜਾ ਕਰ ਰਹੀ ਹੈ ਉਹਦੇ ਨਾਲ ਸਟੇਟਾਂ ਨੂੰ ਬਹੁਤ ਨੁਕਸਾਨ ਹੋ ਰਿਹਾ।
ਵਿਸ਼ਾ ਬਹੁਤ ਇੰਪੋਰਟੈਂਟ ਹੈ, ਪਰ ਮੈਨੂੰ ਇਹ ਲੱਗਦਾ ਵੀ ਜਦੋਂ ਜੇ ਕੇਜਰੀਵਾਲ ਉੱਥੇ ਆ ਜਾਣਗੇ ਤਾਂ ਕਿਤੇ ਵਿਸ਼ਾ ਰੁਲ ਨਾ ਜਾਏ, ਕਿਉਂਕਿ ਮੈਨੂੰ ਨਹੀਂ ਲੱਗਦਾ ਫਿਰ ਕੋਈ ਵੀ ਆਪੋਜੀਸ਼ਨ ਪਾਰਟੀ ਜਿਹੜੀ ਹੈਗੀ ਹੈ ਉਹ ਉੱਥੇ ਟਿਕ ਕੇ ਬੈਠੇਗੀ, ਕਿਉਂਕਿ ਉਹ ਜ਼ਰੂਰ ਇਹੋ ਜਿਹਾ ਮਾਹੌਲ ਬਣਾਉਣਗੇ ਕਿ ਉਹ ਉੱਥੋਂ ਵਾਕਆਊਟ ਕਰਕੇ ਚਲੇ ਜਾਣ ਜਾਂ ਬਹਿਸ਼ਕਾਰ ਕਰਕੇ ਚਲੇ ਜਾਣ। ਜਿਵੇਂ ਮੈਂ ਤੈਨੂੰ ਆਪਾਂ ਪਹਿਲਾਂ ਵੀ ਕੀਤਾ ਸੀ ਵੀ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਖਿਲਾਫ ਵੀ ਮਤਾ ਆ ਰਿਹਾ, ਉਸ ਨੂੰ ਸ਼ਾਇਦ ਆਧਾਰ ਬਣਾ ਕੇ ਵੀ ਇਹ ਇਸ ਤਰ੍ਹਾਂ ਦਾ ਕੁਝ ਹੋਏਗਾ ਵੀ ਫਲੋਰ ਦੀ ਜਿਹੜੀ ਇੱਕ ਨੀਤੀ ਹੁੰਦੀ ਹੈ, ਰਣਨੀਤੀ, ਵੀ ਕਿਸ ਤਰ੍ਹਾਂ ਆਪਾਂ ਸਰਕਾਰ ਨੂੰ ਖੁੱਡੇ ਲਾਈਨ ਲਾਣਾ ਹੈ, ਤਾਂ ਉਹਦੇ ਵਿੱਚ ਮੈਨੂੰ ਲੱਗਦਾ ਕਿ ਉਹ ਇਸ ਤਰ੍ਹਾਂ ਦਾ ਕੁਝ ਤਾਂ ਕਰਨਗੇ ਜ਼ਰੂਰ। ਉਹਦੇ ਵਿੱਚ ਇਹ ਕਿਤੇ ਜਿਹੜਾ ਮਤਲਬ ਇੰਟਰਸਟਿੰਗ ਸਬਜੈਕਟ ਹੈ ਫੈਡਰਲ ਸਿਸਟਮ ਦੇ ਉੱਤੇ ਅਟੈਕ ਦਾ, ਜਿਹਦੇ ਉੱਤੇ ਕੇਂਦਰ ਸਰਕਾਰ ਨੇ ਜਿਹੜਾ ਲਿਆਤਾ ਹੈ ਆਰਡੀਨੈਂਸ, ਕਿਵੇਂ ਆਫੀਸਰ ਨੂੰ ਕੰਟਰੋਲ ਕਰਨਾ ਹੈ, ਉਹ ਸਿਸਟਮ ਦੇ ਉੱਤੇ ਜਿਹੜਾ ਇੱਕ ਬਿੱਲ ਪ੍ਰਸਤਾਵ ਆਉਣਾ ਹੈ, ਉੱਤੇ ਜਿਹੜੀ ਬਹਿਸ ਹੋਣੀ ਹੈ, ਮੈਨੂੰ ਡਰ ਹੈ ਕਿਤੇ ਉਹ ਨਾ ਆਪਣੇ ਆਪ ਨੂੰ ਜ਼ਿਆਦਾ ਤੋਂ ਜ਼ਿਆਦਾ ਵੱਡਾ ਦਿਖਾਉਣ ਵਾਸਤੇ ਕੇਜਰੀਵਾਲ ਦੇ ਸਾਹਮਣੇ ਕਿਤੇ ਉਹ ਰੁਲ ਨਾ ਜਾਏ। ਮੇਰੀ ਆਸ਼ੰਕਾ ਹੈ, ਪਰ ਇਹ ਫਸਟ ਟਾਈਮ ਹੋ ਰਿਹਾ ਹੈ ਵੀ ਕੋਈ ਚੀਫ ਮਿਨਿਸਟਰ ਜਿਹਦੇ ਲਈ ਇਹ ਆਰਡੀਨੈਂਸ ਇੰਨਾ ਇੰਪੋਰਟੈਂਟ ਹੋਇਆ ਪਿਆ ਕਿ ਜਿੱਥੇ ਉਹਨੇ ਪਹਿਲਾਂ ਸਾਰੀਆਂ ਸਟੇਟਾਂ ਦੇ ਵਿੱਚ ਜਾ ਕੇ ਆਪੋਜੀਸ਼ਨ ਪਾਰਟੀਆਂ ਨੂੰ ਇਕੱਠਾ ਕੀਤਾ, ਉਸ ਤੋਂ ਮਦਦ ਮੰਗੀ ਹੈ ਕਿ ਉਹ ਰਾਜ ਸਭਾ 'ਚ ਇਹ ਪੇਸ਼ ਨਾ ਹੋਣ ਦੇਣ, ਪਾਸ ਨਾ ਹੋਣ ਦੇਣ, ਕਿਉਂਕਿ ਉਹਨਾਂ ਨੇ ਕੱਲ ਇਹ ਮਜ਼ਬੂਤੀ ਨਾਲ ਕਹੀ ਹੈ ਵੀ ਅੱਜ ਤਾਂ ਮੇਰੀ ਵਾਰੀ ਹੈ, ਅੱਜ ਉਹ ਮੇਰੇ ਤੇ ਅਟੈਕ ਕਰ ਰਹੇ ਨੇ, ਮੇਰੀ ਸਟੇਟ ਦੇ ਉੱਤੇ। ਕੱਲ ਨੂੰ ਇਹ ਦਿਨ ਜ਼ਿਆਦਾ ਦੂਰ ਨਹੀਂ ਜਦੋਂ ਤੁਹਾਡੇ ਤੇ ਵੀ ਇਸੇ ਤਰ੍ਹਾਂ ਦਾ ਅਟੈਕ ਕਰਨਗੇ। ਔਰ ਪੰਜਾਬ ਤਾਂ ਪਹਿਲਾਂ ਤੋਂ ਹੀ ਕਹਿ ਰਿਹਾ ਵੀ ਉਹ ਸਾਰੇ ਜਿੰਨੇ ਸਾਡੇ, ਚਾਹੇ ਉਹ RDF ਦਾ ਮਾਮਲਾ ਹੋਵੇ, ਚਾਹੇ ਉਹ NHM ਦਾ ਮਾਮਲਾ ਹੋਵੇ, GST ਦਾ ਮਾਮਲਾ ਹੋਵੇ, ਸਾਨੂੰ ਪੈਸੇ ਨਹੀਂ ਮਿਲ ਰਹੇ, ਤਾਂ ਉਹ ਉਹਨੂੰ ਫੈਡਰਲ ਸਟਰਕਚਰ ਦੇ ਨਾਲ ਹੀ ਜੋੜ ਕੇ ਦਿਖਾ ਰਿਹਾ। ਸੋ ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਇਹ ਇਸ਼ੂ ਹੈ ਇਹ ਕਿਤੇ ਰੁਲ ਨਾ ਜਾਏ ਕੇਜਰੀਵਾਲ ਦੇ ਆਉਣ ਕਰਕੇ, ਕਿ ਸਾਰੇ ਉਧਰ ਦਿਖਾਣ ਦੇ ਉੱਤੇ ਲੱਗ ਜਾਣ। ਹਾਂ, ਇਹ ਤੁਹਾਡੀ ਗੱਲ ਠੀਕ ਹੈ ਕਿ ਕਈ ਵਾਰੀ ਫਿਰ ਜਿਹੜੀ ਉਹ ਮਰਿਆਦਾ ਹੁੰਦੀ ਹੈ, ਉਹ ਗਰਮਾ ਹੁੰਦੀ ਹੈ, ਉਤਸ਼ਾਹ ਦੇ ਵਿੱਚ ਕਈ ਵਾਰੀ ਚੀਜ਼ਾਂ ਜਿਹੜੀਆਂ ਨੇ ਉਹ ਕਿਸੇ ਹੋਰ ਦੇਸ਼ਾਂ ਨੂੰ ਚਲੇ ਜਾਂਦੀਆਂ। ਪਰ ਮੈਂ ਨਾਲ ਦੀ ਨਾਲ ਦੋ ਲਾਈਨਾਂ 'ਚ ਤੁਹਾਡੇ ਕੋਲ ਸਮਝਣਾ ਚਾਹੂੰਗਾ, ਕਈ ਵਾਰੀ ਸਟੇਟਾਂ ਵੀ ਆਪਣੇ ਆਪ ਕੋਈ ਵੱਖਰੀ ਧਾਰਾ 'ਚ ਬਹਿ ਪੈਂਦੀਆਂ ਨੇ। ਜਿਵੇਂ ਪੰਜਾਬ ਪੁਲਿਸ ਐਕਟ, ਇਹ ਸੋਧਣ ਦਾ, ਤਰਮੀਮਾਂ ਦਾ ਇੱਕ ਰੌਲਾ ਪੈ ਰਿਹਾ, ਅਜੇ ਤੱਕ ਏਜੰਡਾ ਕੋਈ ਸਾਫ਼ ਨਹੀਂ, ਕੁਝ ਕਲੀਅਰ ਨਹੀਂ ਹੈ, ਲੇਕਿਨ ਜਿਹੜਾ ਬਾਰ-ਬਾਰ ਇੱਧਰੋਂ ਉੱਧਰੋਂ ਆ ਰਿਹਾ ਕਿ ਮੌਜੂਦਾ ਕਾਰਜਕਾਰੀ DGP ਨੂੰ ਹੋਰ ਸਮਾਂ ਦੇਣ ਲਈ ਬਤੌਰ DGP ਜਾਂ ਉਹਨਾਂ ਦੀ ਨਿਯੁਕਤੀ ਲਈ ਸਟੇਟ ਕੇਂਦਰ ਕੋਲ ਇਹ ਮਾਮਲਾ ਭੇਜ ਸਕਦੀ ਹੈ ਮਤਾ ਪਾ ਕੇ ਕਿ ਅਸੀਂ ਪੁਲਿਸ ਐਕਟ ਵਿੱਚ ਸੋਧ ਕਰ ਰਹੇ ਹਾਂ। ਇਹਦੇ ਨਾਲ ਇੱਕ ਜਿਹੜਾ SOP ਬਣਿਆ ਹੋਇਆ ਪੂਰੇ ਦੇਸ਼ ਲਈ, ਇੱਕ ਸੁਪਰੀਮ ਕੋਰਟ ਦਾ ਨਿਰਦੇਸ਼ ਹੈ, ਉਹ UPSC ਇੱਕ ਅਥਾਰਟੀ ਬਣ ਗਈ ਹੈ, ਇੱਕ ਤਰ੍ਹਾਂ ਨਾਲ ਉਹਨੂੰ ਵੀ ਚੁਣੌਤੀ ਹੈ। ਔਰ DGP ਨੂੰ ਤੁਸੀਂ ਆਪਣੀ ਮਰਜ਼ੀ ਨਾਲ ਲਾਉਣ ਨਾਲ ਕਈ ਵਾਰੀ ਇੰਝ ਹੁੰਦਾ ਕਿ ਜਿਹੜੀ ਸੀਨੀਅਰਿਟੀ ਹੈ, ਕਈ ਵਾਰੀ ਵਿਅਕਤੀ ਜਿਹੜੇ ਇਸ ਲਾਈਨ 'ਚ ਲੱਗੇ ਹੁੰਦੇ ਆ ਪੂਰੀ ਉਮਰ, ਜਿਨ੍ਹਾਂ ਨੇ ਸਰਵਿਸਿਸ ਦਿੱਤੀਆਂ ਹੁੰਦੀਆਂ ਪੁਲਿਸ ਮਹਿਕਮੇ 'ਚ, ਔਰ ਉਹ ਜਦੋਂ ਟੁੱਟਦੀ ਆ ਸਰਕਾਰਾਂ ਦੀ ਚੋਇਸ ਨਾਲ ਕਿ ਅਸੀਂ ਇਹੀ ਬੰਦਾ ਲਾਉਣਾ, ਉਹ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਅਸੀਂ ਇੱਕ ਸਿਸਟਮ ਜਿਹੜਾ ਖਰਾਬ ਸਿਸਟਮ ਬਣਿਆ, ਆਰਡੀਨੈਂਸ ਲਿਆਂਦਾ ਗਿਆ, ਉਹਦੇ ਖਿਲਾਫ ਜਦੋਂ ਖੜੇ ਹੋਣ ਲੱਗੇ ਆ, ਤੇ ਦੂਜੇ ਬੰਨੇ ਜਿਹੜਾ ਇੱਕ ਸਿਸਟਮ ਸਾਰਿਆਂ ਲਈ ਇੱਕ ਸਾਰਤਾ ਵਾਲਾ ਬਣਿਆ ਕਿ DGP UPSC ਰਾਹੀਂ ਆਉਣਗੇ, ਜੇਕਰ ਇਹ ਸੋਧ ਕਰਤੀ ਜਾਂਦੀ ਹੈ ਕਿ ਸਟੇਟ ਆਪ ਲਾ ਸਕੇ। ਹੁਣ ਇਹਦੇ 'ਚ ਪਤਾ ਨਹੀਂ ਕਿ ਤਰਮੀਮ ਕੀ ਹੋਣ ਵਾਲੀ ਆ, ਕੀ ਲਿਆਂਦੀ ਜਾ ਰਹੀ ਹੈ, ਕਿਵੇਂ ਇਹਦੇ ਵਿੱਚ ਕਾਨੂੰਨੀ ਪੱਖ ਲਏ ਗਏ ਹੋਣਗੇ, ਕਿਵੇਂ ਇਹਨਾਂ ਨੂੰ ਰਾਏ ਦਿੱਤੀ ਗਈ ਹੈ। ਮਤਲਬ ਇਹ ਕੱਲ ਨੂੰ ਸੁਪਰੀਮ ਕੋਰਟ ਦੇ ਵਿੱਚ ਜਾਂ ਕੇਂਦਰ ਦੇ ਕੋਲ ਜਾ ਕੇ ਇਹ ਅੜੇ ਨਾ ਬਿੱਲ, ਇਹਦੇ ਕੀ ਪ੍ਰਾਵਧਾਨ ਕਰ ਲਿਆ, ਇਹ ਤਾਂ ਪਤਾ ਨਹੀਂ ਹੁਣ ਕਿ ਕੀ ਹੈ। ਪਰ ਜੇਕਰ ਸਟੇਟ ਆਪਣੀ ਮਰਜ਼ੀ ਨਾਲ ਆਪਣਾ ਪੁਲਿਸ ਪ੍ਰਮੁੱਖ ਲਾਉਣਾ ਚਾਹੁੰਦੀ ਆ, ਇਸ ਤਰ੍ਹਾਂ ਦਾ ਕੋਈ ਉਪਬੰਧ ਕੀਤਾ ਜਾ ਰਿਹਾ, ਪ੍ਰਾਵਧਾਨ ਕੀਤਾ ਜਾ ਰਿਹਾ, ਤਾਂ ਇਹ ਵੀ ਤਾਂ ਇੱਕ ਤਰੀਕੇ ਨਾਲ ਉਹੀ ਜਿਹੜਾ ਕੇਂਦਰ ਕਰ ਰਿਹਾ ਉਹੀ ਸਟੇਟ ਕਰ ਰਹੀ ਹੈ। ਤੁਹਾਨੂੰ ਲੱਗਦਾ ਇਹਦੇ 'ਚ ਸਮਾਨਤਾ ਹੈ? ਸਵਾਲ ਤਾਂ ਇੱਥੇ ਵੀ ਉੱਠਣਗੇ ਫਿਰ। ਬਿਲਕੁਲ ਇਹਦੇ 'ਚ ਸਮਾਨਤਾ ਮੈਨੂੰ ਦਿਖ ਰਹੀ ਹੈ, ਪ੍ਰੋਪਰ ਦਿਖ ਰਹੀ ਹੈ। ਉਹ ਇਹ ਤੁਸੀਂ ਬਿਲਕੁਲ ਠੀਕ ਗੱਲ ਕਹੀ। ਦੇਖੋ ਹਜੇ ਵੀ ਜਿਹੜਾ DGP ਚੁਣਨ ਦਾ ਅਧਿਕਾਰ ਤਾਂ CM ਕੋਲ ਹੀ ਹੈ, ਪਰ ਪ੍ਰੋਬਲਮ ਇਹ ਹੈ ਕਿ ਜੇ CM ਜਿਹੜਾ ਹੈਗਾ ਉਹ ਬਹੁਤ ਜੂਨੀਅਰ ਨੂੰ, ਮਤਲਬ 8, 9, 10 ਬੰਦੇ ਜਿਹੜੇ ਉਸ ਤੋਂ ਸੀਨੀਅਰ ਨੇ, ਉਹਨਾਂ ਨੂੰ ਮਤਲਬ ਬਾਈਪਾਸ ਕਰਕੇ ਅਗਰ 10ਵੇਂ ਨੰਬਰ ਤੇ ਜਾਂ 9ਵੇਂ ਨੰਬਰ ਤੇ ਕੋਈ ਬੈਠਾ ਹੈ, ਅਗਰ ਉਹਨੂੰ ਚੁਣਨਾ ਚਾਹੁੰਦਾ ਹੈ, ਤਾਂ ਫਿਰ ਇਹ ਮਰਿਆਦਾ ਤਾਰ-ਤਾਰ ਹੁੰਦੀ ਹੈ। ਔਰ ਇਹ ਜਿਹੜਾ ਇਹ ਬਿੱਲ ਲਿਆਤਾ ਜਾ ਰਿਹਾ, ਮਤਲਬ ਜੋ ਪੰਜਾਬ ਪੁਲਿਸ ਐਕਟ 2007 ਹੈ, ਉਹਦੇ 'ਚ ਬਿੱਲ ਲਿਆ ਕੇ ਸੰਸ਼ੋਧਨ ਕੀਤਾ ਜਾ ਰਿਹਾ ਹੈ ਵੀ ਜਿਹੜਾ DGP ਦੀ ਨਿਯੁਕਤੀ ਹੈ ਉਹ ਸਥਾਈ ਤੌਰ ਤੇ ਸਟੇਟ ਗਵਰਨਮੈਂਟ ਫੈਸਲਾ ਕਰੇ। ਹਜੇ ਕੀ ਹੈ ਕਿ ਤੁਸੀਂ ਇੱਕ ਲਿਸਟ ਭੇਜ ਦਿਓ ਸੀਨੀਅਰ ਅਧਿਕਾਰੀਆਂ ਦੀ,
10 ਤੋਂ 12 ਉਹਦੇ 'ਚ ਅਧਿਕਾਰੀ ਹੁੰਦੇ ਆ। ਉਹ 10-12 ਅਧਿਕਾਰੀਆਂ ਦੀ ਲਿਸਟ ਜਿਹੜੀ ਆ UPSC ਕੋਲੇ ਜਾਂਦੀ ਹੈ। ਉਹ ਉਹਨਾਂ ਦੀ ਸੀਨੀਅਰਟੀ, ਉਹਨਾਂ ਦਾ ਕਰੀਅਰ, ਉਹਨਾਂ ਦੀ ਜਿਹੜੀ ਆ ਰਿਪੋਰਟਾਂ ਨੇ, ਉਹ ਸਾਰਾ ਦੇਖ ਕੇ ਉਹਦੇ ਚੋਂ 3 ਬੰਦੇ ਚੁਣ ਕੇ ਵਾਪਸ ਸਟੇਟ ਗਵਰਨਮੈਂਟ ਨੂੰ ਭੇਜ ਦਿੰਦੇ ਆ, ਤੇ ਸਟੇਟ ਗਵਰਨਮੈਂਟ ਉਹ ਤਿੰਨਾਂ ਚੋਂ ਕਿਸੇ ਇੱਕ ਨੂੰ ਵੀ ਚੁਣ ਕੇ DGP ਲਗਾ ਸਕਦੀ ਹੈ। ਪਰ ਇੱਥੇ ਹੁਣ ਪ੍ਰੋਬਲਮ ਜਦੋਂ ਤੋਂ ਗੌਰਵ ਯਾਦਵ ਨੂੰ ਲਗਾਇਆ ਹੋਇਆ, ਉਦੋਂ ਪ੍ਰੋਬਲਮ ਇਹ ਹੈ ਕਿ ਉਹ ਕਾਫੀ ਜੂਨੀਅਰ ਨੇ, ਹੁਣ 9ਵੇਂ 10ਵੇਂ ਨੰਬਰ ਤੇ ਨੇ, ਉਹਨਾਂ ਤੋਂ ਇੰਨੇ ਹੀ ਹੋਰ ਉੱਪਰ ਬੈਠੇ ਨੇ। ਹੁਣ ਉਹਦਾ ਵੀ ਕੀ ਹੈ ਵੀ ਇਸ ਤਰ੍ਹਾਂ ਦਾ ਅਗਰ ਕੋਈ ਅਗਰ ਟਾਈਮ ਇਦਾਂ ਦਾ ਆ ਜਾਂਦਾ ਵੀ ਜਦੋਂ ਤੁਹਾਨੂੰ ਜਿਹੜਾ DGP ਲੱਗਿਆ ਉਹਨੂੰ ਹਟਾਣਾ ਹੈ, ਤਾਂ ਉਹਦੇ ਤੇ ਲੱਗੇ ਕੋਈ ਕਾਰਜਕਾਰੀ ਲਗਾਣਾ, ਤਾਂ ਉਹ ਵੀ ਤੁਸੀਂ 6 ਮਹੀਨੇ ਤੋਂ ਜ਼ਿਆਦਾ ਨਹੀਂ ਲਗਾ ਸਕਦੇ। ਹੁਣ ਤਾਂ ਦੇਖੋ ਇਹ ਮੈਨੂੰ ਲੱਗਦਾ ਕਿ 6 ਮਹੀਨੇ ਤੋਂ ਜਾ ਕੇ ਹੁਣ ਤਾਂ ਸਾਲ ਹੋਣ ਵਾਲਾ ਹੋ ਗਿਆ, ਸਾਲ ਤੋਂ ਉੱਪਰ ਹੀ ਹੋ ਗਿਆ ਕਿ ਕਾਰਜਕਾਰੀ DGP ਨਾਲ ਹੀ ਅਸੀਂ ਕੰਮ ਚਲਾ ਰਹੇ ਹਾਂ। 2 ਵਾਰੀ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਹੋਮ ਮਿਨਿਸਟਰੀ ਆ ਉਹ ਲਿਖ ਚੁੱਕੀ ਹੈ ਵੀ ਤੁਸੀਂ ਬਾਰਡਰ ਸਟੇਟ ਹੈ ਉੱਥੇ ਸਥਾਈ DGP ਦੀ ਨਿਯੁਕਤੀ ਕਰੋ, ਤੇ ਉਹਦੇ ਲਈ ਜਿਹੜਾ ਜ਼ਰੂਰੀ ਪੈਨਲ ਹੈ ਉਹ ਭੇਜੋ। ਹਜੇ ਤੱਕ ਗਵਰਨਮੈਂਟ ਬਿਲਕੁਲ ਚੁੱਪ ਬੈਠੀ ਸੀ। ਮੈਨੂੰ ਇਹ ਲੱਗ ਰਿਹਾ ਕਿ ਹੁਣ ਥੋੜਾ ਜਿਹਾ ਗਵਰਨਮੈਂਟ ਆਫ ਇੰਡੀਆ ਵੀ ਸਖਤੀ ਕਰ ਰਹੀ ਹੈ, ਤਾਂ ਉਹਦੇ ਲਈ ਸ਼ਾਇਦ ਇਹ ਇੱਕ ਟਾਈਮ ਸੀਕਿੰਗ ਐਕਸਰਸਾਈਜ਼ ਕੀਤੀ ਜਾ ਰਹੀ ਹੈ ਵੀ ਇਸ ਤਰ੍ਹਾਂ ਦਾ ਇੱਕ ਜਿਹੜਾ ਆਰਡੀਨੈਂਸ ਹੈ ਜਾਂ ਬਿੱਲ ਹੈ ਉਹ ਪਾਸ ਕਰ ਲਿਆ ਜਾਏ। ਪਾਸ ਕਰਕੇ ਫਿਰ ਗਵਰਨਮੈਂਟ ਨੂੰ ਵੀ ਪਤਾ ਹੈ ਕਿ ਇਹ ਪੱਕੇ ਤੌਰ ਤੇ ਅਦਾਲਤੀ ਦੌਂ ਪੇਚ ਫਸੇਗਾ, ਹੋ ਸਕਦਾ ਇਹ ਰੱਦ ਵੀ ਹੋ ਜੇ, ਤਾਂ ਉਦੋਂ ਤੱਕ ਸ਼ਾਇਦ ਸਾਨੂੰ ਟਾਈਮ ਮਿਲ ਜੇ, 5 ਮਹੀਨੇ 6 ਮਹੀਨੇ ਜਾਂ 8 ਮਹੀਨੇ ਜੋ ਵੀ ਹੈ, ਤਾਂ ਕੁਝ ਬੰਦੇ ਜਿਹੜੇ ਹੈਗੇ ਆ ਉਹ ਰਿਟਾਇਰ ਹੋ ਜਾਣ, ਤਾਂ ਅਸੀਂ ਫਿਰ ਜਿਹੜਾ ਅੱਗੇ ਸੂਚੀ ਭੇਜਣੀ ਹੈ ਉਹਦੇ ਵਿੱਚ ਗੌਰਵ ਯਾਦਵ ਦਾ ਨਾਂ ਵੀ ਆ ਜੇ। ਅੱਜ ਦੀ ਡੇਟ 'ਚ ਜੇ ਰੰਧਾਵਾ ਸਾਹਿਬ ਸੂਚੀ ਜਾਂਦੀ ਹੈ ਕੋਈ, ਤਾਂ ਗੌਰਵ ਯਾਦਵ ਦਾ ਨਾਮ ਜ਼ਰੂਰ ਉਹ ਸੂਚੀ 'ਚ ਹੋਏਗਾ, ਪਰ ਸੀਨੀਅਰਟੀ ਵਾਈਜ਼ ਉਹਨਾਂ ਦਾ ਬਣਨਾ ਨਹੀਂ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਡਰ ਗਵਰਨਮੈਂਟ ਨੂੰ ਹੈ ਵੀ ਜੇ 3 ਦਾ ਪੈਨਲ ਉਹਨਾਂ ਨੇ ਵਾਪਸ ਭੇਜਿਆ, ਉਹਦੇ 'ਚ ਫਿਰ ਗੌਰਵ ਯਾਦਵ ਦਾ ਨਾਂ ਨਹੀਂ ਹੋਏਗਾ। ਭਾਸਕਰ ਸਾਹਿਬ ਦੇਰ ਦੇ ਸ਼ਾਂਤ ਨੇ। ਭਾਸਕਰ ਸਾਹਿਬ, ਇੱਕ ਪਾਸੇ ਅਸੀਂ ਕਹਿੰਦੇ ਆ ਕਿ ਕੇਂਦਰ ਆਪ ਹੁਦਰਾਪਣ ਕਰ ਰਿਹਾ, ਉਹ ਅਧਿਕਾਰੀਆਂ ਨੂੰ ਲਾਉਣ ਦੇ ਸਾਰੇ ਹੱਕ ਜਾਂ ਕਿਸੇ ਵੀ ਤਰ੍ਹਾਂ ਦੀ ਫੈਸਲਾਕੁਨ ਜਿਹੜੀ ਤਾਕਤ ਹੈ ਉਹ LG ਨੂੰ ਦੇ ਕੇ ਮਤਲਬ ਆਪਣੇ ਹੱਥ 'ਚ ਰੱਖਣਾ ਚਾਹੁੰਦਾ ਹੈ। ਉਸ ਸਿਸਟਮ ਦੇ ਖਿਲਾਫ ਜਾ ਕੇ ਆਰਡੀਨੈਂਸ ਲਿਆਉਣ ਨੂੰ ਵੀ ਇੰਝ ਹੀ ਮੰਨਿਆ ਜਾ ਰਿਹਾ ਕਿ ਸੁਪਰੀਮ ਕੋਰਟ ਨੇ ਜਿਹੜੀਆਂ ਸ਼ਕਤੀਆਂ ਨੂੰ ਕਲੈਰੀਫਾਈ ਕਰਤਾ ਹੈ। ਸੁਪਰੀਮ ਕੋਰਟ ਨੇ ਜਿੱਥੇ ਸਪਸ਼ਟਤਾ ਕਰਤੀ ਹੈ ਕਿ ਚੁਣੀ ਹੋਈ ਸਰਕਾਰ ਦਾ ਹੱਕ ਹੈ, ਇੱਕ ਆਰਡੀਨੈਂਸ ਲਗਭਗ ਵਿਧਾਨ ਪਾਲਿਕਾ ਦੇ ਨਜ਼ਰੀਏ ਤੋਂ, ਪਾਰਲੀਮੈਂਟ ਦੇ ਨਜ਼ਰੀਏ ਤੋਂ, ਇਹ ਸਰਕਾਰ ਦੇ ਨਜ਼ਰੀਏ ਤੋਂ ਇਹ ਸਾਫ਼ ਕਰ ਰਿਹਾ ਕਿ ਸਾਡੇ ਕੋਲ ਤਾਕਤ, ਕਿਉਂਕਿ ਸੁਪਰੀਮ ਕੋਰਟ ਦਖਲ ਨਹੀਂ ਦੇ ਸਕਦੀ, ਪਾਰਲੀਮੈਂਟ 'ਚ ਦਖਲ ਨਹੀਂ ਦੇ ਸਕਦੀ। ਸੋ ਇੱਥੇ ਵੀ ਤਾਂ ਉਹੀ ਗੱਲ ਆ ਨਾ ਕਿ ਜਿਹੜਾ ਇੱਕ ਆਪਰੇਟਿੰਗ ਸਿਸਟਮ ਹੈ, ਸਟੈਂਡਰਡ ਆਪਰੇਟਿੰਗ ਸਿਸਟਮ ਬਣਿਆ, ਅਸੀਂ ਉਹਨੂੰ ਪਾਸੇ ਰੱਖ ਕੇ ਆਪਣੀ ਆਪ ਉਧਰੀ ਕਰਨਾ ਚਾਹੁੰਦੇ ਹਾਂ। ਦੋਨੇ ਇੱਕੋ ਹੀ ਲਾਈਨ ਤੇ ਖੇਡ ਰਹੇ ਆ। ਤੇ ਦੂਜੀ ਗੱਲ ਕਿ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਜੇ ਮਤਾ ਲਿਆਂਦਾ ਜਾਂਦਾ ਹੈ ਤੇ ਪਹਿਲੇ ਹੀ ਦਿਨ ਜਦੋਂ ਇਹ ਬਹਿਸ ਹੋਣੀ ਆ ਕਿ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾਉਣ ਲਈ ਪਿਆਪੇ ਹੀ ਚਲੇ ਜਾਣ ਤੇ ਅਸੀਂ ਖਾਲੀ ਕੁਰਸੀਆਂ ਨੂੰ ਭਾਸ਼ਣ ਦੇਈ ਚੱਲੀਏ ਕੇਜਰੀਵਾਲ ਸਾਹਿਬ ਦੇ ਸਾਹਮਣੇ ਰੌਲਾ ਨਾ ਪਵੇ, ਇੰਜ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਸ਼ਾਇਦ। ਜੀ ਅਗਰ ਗੱਲ ਕਰੀਏ 19 ਤੇ 20 ਤਰੀਕ ਦੇ ਸੈਸ਼ਨ ਦੀ, ਤੇ 20 ਤਰੀਕ ਨੂੰ ਕੇਜਰੀਵਾਲ ਹੋਣਾ ਇਸ ਸੈਸ਼ਨ ਦੇ ਵਿੱਚ ਆਣਗੇ। ਉਹ ਤੁਹਾਨੂੰ ਯਾਦ ਹੋਏਗਾ ਜਦ 92 MLA ਦੀ ਇਹ ਸਰਕਾਰ ਬਣੀ ਸੀ, ਹਾਲਾਂਕਿ ਸਰਕਾਰ ਬਣਨ ਤੋਂ ਪਹਿਲੇ ਕੇਜਰੀਵਾਲ ਉਹਨਾਂ ਨੇ ਇੱਕ ਕਲਾਸ ਲਿੱਤੀ ਸੀ ਔਰ ਸਾਰੇ MLAs ਨੂੰ ਇੱਕ ਹਾਲ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਆਪਾਂ ਇਹ ਨਹੀਂ ਟੋਲਰੇਟ ਕਰਾਂਗੇ, ਇੱਦਾਂ ਨਹੀਂ ਕਰਾਂਗੇ, ਕਿਸੇ ਨੇ ਕੁਝ ਕੀਤਾ ਤੇ ਆਪਾਂ ਛੱਡਾਂਗੇ ਨਹੀਂ। ਹੁਣ ਕੇਜਰੀਵਾਲ ਸਾਹਿਬ, ਹੈਡਮਾਸਟਰ ਸਾਹਿਬ ਉਸ ਅਸੈਂਬਲੀ ਦੇ ਵਿੱਚ ਸ਼ਾਮਿਲ ਹੋਣਗੇ ਔਰ ਉੱਥੇ ਮੌਜੂਦ ਹੋਣਗੇ ਔਰ ਸਾਰੇ ਸਟੂਡੈਂਟਸ ਯਾਨੀ 92 MLA ਕੇਜਰੀਵਾਲ ਉਹਨਾਂ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਵੀ ਕਰਨਗੇ। ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਆਰਡੀਨੈਂਸ ਦਾ ਮੁੱਦਾ, ਤੁਹਾਨੂੰ ਯਾਦ ਹੋਏਗਾ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਸਰਕਾਰ ਨੇ ਇੱਕ ਸੈਸ਼ਨ ਬੁਲਾਇਆ ਸੀਗਾ ਔਰ ਉਸ ਸੈਸ਼ਨ ਦੇ ਵਿੱਚ ਸਿਰਫ ਔਰ ਸਿਰਫ ਕੇਜਰੀਵਾਲ ਉਹਨਾਂ ਨੇ ਇੱਕ ਚੌਥੀ ਪਾਸ ਰਾਜਾ ਦੀ ਕਹਾਣੀ ਸੁਣਾਈ ਸੀ ਔਰ ਉਸ ਸੈਸ਼ਨ ਦੇ ਵਿੱਚ ਚੌਥੀ ਪਾਸ ਰਾਜਾ ਦੀ ਕਹਾਣੀ ਤੋਂ ਇਲਾਵਾ ਕੁਝ ਨਹੀਂ ਸੀ। ਰਾਮਲੀਲਾ ਮੈਦਾਨ ਦੇ ਵਿੱਚ ਜੂਨ 11 ਨੂੰ ਇੱਕ ਰੈਲੀ ਕੀਤੀ, ਉਹਦੇ ਵਿੱਚ ਵੀ ਚੌਥੀ ਪਾਸ ਰਾਜਾ, ਉਹਦੇ ਵਿੱਚ 2 ਚੈਪਟਰ ਜੋੜ ਦਿੱਤੇ ਗਏ ਸੀ, ਉਹ ਤੁਹਾਨੂੰ ਪਤਾ ਕਿਹੜੇ ਚੈਪਟਰ ਸੀਗੇ। ਹੁਣ ਤੀਜੀ ਵਾਰ ਵੀ ਕੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਫਿਰ ਉਹ ਚੌਥੀ ਪਾਸ ਰਾਜਾ ਦੀ ਕਹਾਣੀ ਸੁਣਾਉਣਗੇ ਜਿਹਦੇ ਵਿੱਚ 1-2 ਚੈਪਟਰ ਹੋਰ ਐਡ ਕਰ ਦਿੱਤੇ ਜਾਣਗੇ ਜਿਹਦੇ ਵਿੱਚ ਪੰਜਾਬ ਰਿਲੇਟਡ ਚੀਜ਼ਾਂ ਵੀ ਹੋ ਸਕਦੀਆਂ। ਭਾਸਕਰ ਸਾਹਿਬ ਮੇਰਾ ਖਿਆਲ ਕੇਜਰੀਵਾਲ ਸਾਹਿਬ ਨੂੰ ਹੱਕ ਨਹੀਂ ਹੈ ਉੱਥੇ ਬੋਲਣ ਦਾ, ਉਹ ਸਿਰਫ ਇੱਕ ਦਰਸ਼ਕ ਵਜੋਂ ਦੇਖ ਸਕਣਗੇ। ਦੇਖੋ ਅਗਰ ਦਰਸ਼ਕ ਵਜੋਂ ਦੇਖਣਗੇ ਤੇ ਫਿਰ ਤੇ ਇਹ ਗੱਲ ਤੇ ਜਿਹੜੀ ਗੱਲ ਆਪਾਂ ਸ਼ੁਰੂਆਤ ਕੀਤੀ ਹੈ ਕਿ ਜਿਹੜੇ 92 ਦੇ 92 ਬੈਠੇ ਹੋਣਗੇ ਉਹ ਇੱਕ ਟੇਢੀ ਅੱਖ ਨਾਲ ਉਸ ਗੈਲਰੀ ਵੱਲ ਜ਼ਰੂਰ ਵੇਖਣਗੇ ਜਿੱਥੇ ਕੇਜਰੀਵਾਲ ਉਹਨਾਂ ਬੈਠੇ ਨੇ, ਵੀ ਸਾਡੀ ਤਰਫ ਸਾਡੇ ਬੌਸ ਦੀ ਨਜ਼ਰ ਪੈ ਜਾਏ ਔਰ ਇੱਥੇ ਜੋ ਕੁਝ ਹੋਣਾ ਹੈ ਔਰ
ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਆਪਣੀ ਇਸ ਗੱਲ ਨੂੰ, ਖਾਸ ਕਰਕੇ ਆਰਡੀਨੈਂਸ ਦੇ ਮੁੱਦੇ ਨੂੰ, ਡੀਜੀਪੀ ਲਾਉਣ ਵਾਸਤੇ ਐਕਟ ਦੇ ਵਿੱਚ ਚੇਂਜ ਕਰਨ ਦੇ ਮੁੱਦੇ ਨੂੰ, ਜਾਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਖਿਲਾਫ ਲਾਏ ਹੋਏ ਪ੍ਰਿਵਿਲੇਜ ਮੋਸ਼ਨ ਦੀ ਗੱਲ ਨੂੰ, ਹੋਰ ਉਹ तमाम ਮੁੱਦੇ ਜਿਹੜੇ ਇਸ ਸੈਸ਼ਨ ਦੇ ਵਿੱਚ ਬੁਲਾਏ ਜਾਣੇ, ਜਿਹਦੇ ਵਿੱਚ ਭਾਜਪਾ ਦੀ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਨਿੰਦਾ ਕਰਨ ਵਾਸਤੇ ਵੀ ਇੱਕ ਪ੍ਰਸਤਾਵ ਲਿਆਉਣ ਦੀ ਗੱਲ ਚੱਲ ਰਹੀ ਹੈ। ਇਹਨਾਂ ਸਾਰਿਆਂ ਮੁੱਦਿਆਂ ਦੇ ਉੱਤੇ ਕੇਜਰੀਵਾਲ ਦੀ ਮੌਜੂਦਗੀ ਉਸ ਸੈਸ਼ਨ ਦੇ ਵਿੱਚ ਉਹ ਆਪਣੇ ਆਪ ਵਿੱਚ ਇੱਕ ਇੰਪੋਰਟੈਂਸ ਰੱਖਦੀ ਹੈ। ਔਰ ਉਸ ਤੋਂ ਪਹਿਲੇ ਜਲੰਧਰ ਦੇ ਵਿੱਚ ਭਗਵੰਤ ਮਾਨ ਹੋਣਾ ਔਰ ਕੇਜਰੀਵਾਲ ਹੋਣਾ ਯੋਗ ਵੀ ਕਰਨਗੇ, ਯੋਗਾ ਵੀ ਕਰਨਗੇ, ਔਰ ਪੀਏਪੀ ਦੇ ਵਿੱਚ ਇੱਕ ਖਾਸ ਇੰਤਜ਼ਾਮ ਕੀਤਾ ਜਾ ਰਿਹਾ ਹੈ। ਇਹਦੇ ਵਿੱਚ ਕਾਫੀ ਅਹਿਮ ਸਵਾਲ ਹੈ ਕਿ ਕੀ ਇਹ ਮਾਮਲੇ ਆਉਣਗੇ ਵੀ ਕਿ ਨਹੀਂ। ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਮਤਾ ਤੇ ਦੂਜੀ ਗੱਲ ਕਿ ਪੰਜਾਬ ਪੁਲਿਸ ਐਕਟ 'ਚ ਤਰਮੀਮ, ਸੋਧ ਦਾ ਬਿੱਲ, ਇਹ ਦੋ ਚੀਜ਼ਾਂ ਅਜੇ ਲਾਸਟ ਮੂਮੈਂਟ ਤੱਕ ਦੇਖਣ ਵਾਲੀਆਂ ਨੇ ਕਿ ਇਹਨਾਂ ਦੇ ਵਿੱਚ ਕੋਈ ਰੁਕਾਵਟ ਆਉਂਦੀ ਕਿ ਨਹੀਂ। ਇੱਕ ਵੱਡੀ ਸੁਰਖੀ ਕੇਜਰੀਵਾਲ ਬਣਾਉਣਾ ਚਾਹੁਣਗੇ ਆਰਡੀਨੈਂਸ ਨੂੰ ਲੈ ਕੇ, ਲੇਕਿਨ ਜੇਕਰ ਇੰਜ ਲੱਗਦਾ ਹੋਇਆ ਕਿ ਇੱਕੋ ਵੇਲੇ ਇੱਕੋ ਤਰ੍ਹਾਂ ਦੇ ਦੋ ਮਾਮਲੇ ਬਣ ਜਾਣਗੇ ਜਿਵੇਂ ਅੱਜ ਅਸੀਂ ਜ਼ਿਕਰ ਕਰ ਰਹੇ ਹਾਂ, ਹੋ ਸਕਦਾ ਕਿ ਉਹ ਤਰਮੀਮ ਰੋਕ ਲਈ ਜਾਏ। ਇੰਦਰਪ੍ਰੀਤ ਜੀ, ਮੇਰਾ ਖਿਆਲ ਹੋ ਵੀ ਸਕਦਾ ਕਿ ਲਾਸਟ ਮੂਮੈਂਟ ਤੇ ਜਿਹੜਾ ਪੰਜਾਬ ਪੁਲਿਸ ਐਕਟ ਦਾ ਮਾਮਲਾ ਆ ਰਿਹਾ ਇਹਨੂੰ ਸ਼ਾਇਦ ਰੋਕ ਲਿਆ ਜਾਵੇ। ਨਹੀਂ, ਮੈਨੂੰ ਲੱਗਦਾ ਕਿ ਸ਼ਾਇਦ ਹੁਣ ਗਵਰਨਮੈਂਟ ਇਸ ਤੇ ਅੱਗੇ ਵਧੇਗੀ, ਕਿਉਂਕਿ ਉਹਨਾਂ ਨੇ ਲਾਅ ਡਿਪਾਰਟਮੈਂਟ ਤੋਂ ਵੀ ਇਹਦੀ ਪੂਰੀ ਉਹ ਲੈ ਲਈ ਹੈ, ਔਰ ਹੋਮ ਡਿਪਾਰਟਮੈਂਟ ਵੀ ਇਸ ਤੇ ਕਾਫੀ ਸੀਰੀਅਸਲੀ ਲੱਗਿਆ ਹੋਇਆ, ਔਰ ਜਿਸ ਤਰ੍ਹਾਂ ਬਹੁਤ ਇਹਨੂੰ ਕਲੋਜ਼ ਡੋਰ ਡਿਸਕਸ਼ਨ ਚੱਲ ਰਹੀ ਹੈ ਇਹਦੇ ਉੱਤੇ, ਤਾਂ ਮੈਨੂੰ ਇਹ ਲੱਗਦਾ ਕਿ ਗਵਰਨਮੈਂਟ ਇਸ ਤੇ ਸੀਰੀਅਸ ਤਾਂ ਹੈ, ਕਿਉਂਕਿ 2 ਵਾਰੀ ਸੈਂਟਰ ਹੋਮ ਮਿਨਿਸਟਰੀ ਇਹਨਾਂ ਨੂੰ ਲਿਖ ਚੁੱਕੀ ਹੈ ਕਿ ਤੁਸੀਂ UPSC 'ਚ ਪੈਨਲ ਨਹੀਂ ਭੇਜ ਰਹੇ। ਹੁਣ ਦੋ ਹੀ ਚੀਜ਼ਾਂ ਉਹ 'ਚ ਹੋ ਸਕਦੀਆਂ ਨੇ, ਵੀ ਜਾਂ ਤਾਂ ਤੁਸੀਂ ਪੈਨਲ ਭੇਜੋ, ਫਿਰ ਗੌਰਵ ਯਾਦਵ ਨਹੀਂ ਰਹਿਣਗੇ, ਫਿਰ ਤਾਂ ਤੁਹਾਡੇ ਵਾਲੀ ਗੱਲ ਠੀਕ ਹੈ, ਫਿਰ ਇਹ ਵਾਲੀ ਜਿਹੜਾ ਤਰਮੀਮ ਆ ਰਹੀ ਹੈ ਇਹ ਨਹੀਂ ਲੈ ਕੇ ਆਈ ਜਾਏਗੀ। ਪਰ ਜੇ ਉਹਨਾਂ ਨੇ ਗੌਰਵ ਯਾਦਵ ਨੂੰ ਉੱਥੇ ਰੱਖਣਾ ਹੈਗਾ ਤਾਂ ਮੈਨੂੰ ਲੱਗਦਾ ਕਿ ਇਹ 100% ਇਹ ਲੈ ਕੇ ਆਣਗੇ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਸੀਕ੍ਰੇਟਲੀ ਇਹਦੇ ਉੱਤੇ ਕੰਮ ਹੋ ਰਿਹਾ ਹੈ, ਤੇ ਉਦੋਂ ਦੇਖ ਕੇ ਇਹ ਲੱਗ ਰਿਹਾ ਹੈ ਕਿ ਗਵਰਨਮੈਂਟ ਇਸ ਤੇ ਸੀਰੀਅਸ ਵੀ ਬਹੁਤ ਹੈ। ਇਹਦੇ 'ਚ ਇੱਕ ਪਹਿਲੂ ਬੜਾ ਅਹਿਮ ਸੀਗਾ, ਮੈਂ ਬਹੁਤ ਛੇਤੀ ਗੱਲ ਮੁਕਾ ਦਿਆਂਗਾ, ਕਿ ਕੇਂਦਰ ਦੇ ਉਹ ਕੁਝ ਘੇਰੇ ਜਿਨ੍ਹਾਂ ਦੇ ਵਿੱਚ ਅਕਸਰ ਨਜ਼ਰ ਰੱਖੀ ਜਾਂਦੀ ਹੈ ਕਿ ਬਾਰਡਰ ਸਟੇਟ ਜਾਂ ਇਹੋ ਜਿਹੀਆਂ ਸੈਂਸਿਟਿਵ ਸਟੇਟਸ ਦੇ ਪੁਲਿਸ ਮੁਖੀ ਤੇ ਉਹਨਾਂ ਏਜੰਸੀਆਂ ਦਾ ਆਪਸੀ ਤਾਲਮੇਲ ਕਿਹੋ ਜਿਹਾ, ਇਹ ਤਾਲਮੇਲ ਇੰਨੀ ਦਿਨੀ ਮੰਨਿਆ ਜਾ ਰਿਹਾ ਕਿ ਬਹੁਤ ਬਿਹਤਰ ਹੈ, ਔਰ ਗੌਰਵ ਯਾਦਵ ਉਹਨਾਂ ਲਈ ਕੋਈ ਥ੍ਰੈਟ ਨਹੀਂ, ਔਰ ਗੌਰਵ ਯਾਦਵ ਨੂੰ ਕੇਂਦਰੀ ਸੱਤਾ ਵੀ ਅੱਗੇ ਵਧਾ ਕੇ ਖੁਸ਼ ਹੈ। ਹੋ ਸਕਦਾ ਕੋਈ ਵਿਚਲਾ ਰਾਹ ਕੱਢਣ ਦਾ ਤਰੀਕਾਕਾਰ ਅਪਣਾ ਲਿਆ ਜਾਵੇ ਅਗਲੇ ਦਿਨਾਂ ਦੇ ਵਿੱਚ। ਔਰ ਮੈਂ ਤੁਰੰਤ ਅੱਗੇ ਜਾਣਾ ਚਾਹੂੰਗਾ ਇੰਦਰਪ੍ਰੀਤ ਜੀ, ਆਪਾਂ ਕਾਹਲੀ 'ਚ ਹੋਣਾ ਆਉਣਾ, ਜਿਹੜਾ ਮਾਮਲਾ ਗਵਰਨਰ ਤੇ ਇਹਨਾਂ 'ਚ ਫਸਿਆ ਉਹਨੂੰ ਥੋੜਾ ਜਿਹਾ ਅੱਗੇ ਲੈ ਜਾਂਦੇ ਆ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੱਲ ਗ੍ਰਿਲ ਕੀਤਾ ਗਿਆ, ਉਹਨਾਂ ਤੋਂ 5 ਘੰਟੇ ਪੁੱਛਗਿੱਛ ਹੋਈ ਆ, ਪਰ ਮੈਨੂੰ ਉਹ ਨਵਾਂ ਮਾਜਰਾ ਦੱਸੋ ਜਿਹਦੇ ਵਿੱਚ ਗੋਆ ਵਰਗੀ ਸਟੇਟ 'ਚ ਪੰਜਾਬ ਸਰਕਾਰ ਦੀ ਜ਼ਮੀਨ ਹੋਵੇ ਤੇ ਉਹਨੂੰ ਬੜੇ ਥੋੜੇ ਰੇਟਾਂ ਦੇ ਵਿੱਚ ਕਿਸੇ ਹੋਟਲ ਨੂੰ ਜਾਂ ਕਿਸੇ ਅਦਾਰੇ ਨੂੰ ਤੁਸੀਂ ਦੇ ਦਿਓ, ਲੀਜ਼ ਦੇ ਦਿਓ, ਔਰ ਇਹ ਆਪਣੇ ਆਪ ਵਿੱਚ ਵੀ ਤੁਹਾਡੇ ਅਧਿਕਾਰ ਜਿਹੜੇ ਤੁਹਾਡੇ ਕੋਲ ਹੱਕ ਹੁੰਦੇ ਆ ਉਹਨਾਂ ਦੀ ਦੁਰਵਰਤੋਂ ਵਰਗਾ ਮਾਮਲਾ ਲੱਗਦਾ। ਜੇਕਰ ਇਹ ਖੁੱਲੀ ਮਾਰਕੀਟ, ਜੇ ਇਹੀ ਪ੍ਰੋਸੈਸ ਅਪਣਾਉਣਾ ਹੋਵੇ, ਤੁਸੀਂ ਦੇਣੀ ਹੈ ਜ਼ਮੀਨ, ਤਾਂ ਫਿਰ ਇਹਨੂੰ ਖੁੱਲੀ ਮੰਡੀ ਦੇ ਵਿੱਚ ਟੈਂਡਰ ਕਾਲ ਕਰਕੇ ਸਾਰਾ ਕੁਝ ਹੋ ਸਕਦਾ ਹੁੰਦਾ, ਔਰ ਪੰਜਾਬ ਦੇ ਖਜ਼ਾਨੇ ਦੇ ਵਿੱਚ ਪੈਸੇ ਆ ਸਕਦੇ ਆ। ਗੋਆ ਇੱਕ ਐਸਾ ਡੈਸਟੀਨੇਸ਼ਨ ਆ ਜਿੱਥੇ ਜਿਹੜੀਆਂ ਪ੍ਰਾਈਮ ਲੋਕੇਸ਼ਨਸ ਹੈ ਉਹਨਾਂ ਲਈ ਮਾਰਾਮਾਰੀ ਚੱਲਦੀ ਰਹਿੰਦੀ ਆ, ਔਰ ਇੰਟਰਨੈਸ਼ਨਲ ਹੋਟਲੀਅਰ ਉੱਥੇ ਆ ਕੇ ਅਕਸਰ ਸਰਵੇ ਕਰਦੇ ਰਹਿੰਦੇ ਆ ਕਿ ਸਾਨੂੰ ਬਿਹਤਰ ਤੋਂ ਬਿਹਤਰ ਜਗ੍ਹਾ ਮਿਲ ਜੇ, ਕਿਉਂਕਿ ਬਹੁਤ ਸਾਰੇ ਟੂਰਿਸਟ ਦੁਨੀਆ ਭਰ ਦੇ ਵਿੱਚੋਂ ਆਨਲਾਈਨ ਬੁਕਿੰਗ ਜਾਂ ਅਦਰਵਾਈਜ਼ ਉਹ ਇੱਕ ਕਾਫੀ ਲਾਹੇਵੰਦ ਪ੍ਰੋਫਿਟਮੰਦ ਧੰਦਾ ਹੈਗਾ। ਇਸ ਕਰਕੇ ਮੈਂ ਜਾਣਨਾ ਚਾਹੁੰਦਾ ਵੀ ਮਾਮਲਾ ਕੀ ਹੈ। ਰੰਧਾਵਾ ਸਾਹਿਬ, ਦੇਖੋ, ਜਦੋਂ ਪੰਜਾਬ ਟੂਰਿਜ਼ਮ ਕਾਰਪੋਰੇਸ਼ਨ ਸੀਗੀ ਪੰਜਾਬ ਦੇ ਵਿੱਚ ਬਣੀ ਹੋਈ, ਹੁਣ ਤਾਂ ਉਹਨੂੰ ਇਹਨਾਂ ਨੇ ਭੰਗ ਕਰਤਾ ਹੈ, ਖਤਮ ਕਰਤੀ ਹੈ। ਉਸ ਟਾਈਮ ਇਹ ਜ਼ਮੀਨਾਂ ਖਰੀਦੀਆਂ ਗਈਆਂ ਸੀ ਵੀ ਜਿੱਥੇ ਵੀ ਬਹੁਤ ਜ਼ਿਆਦਾ ਟੂਰਿਸਟ ਜਾਂਦਾ ਹੈ ਉੱਥੇ ਪੰਜਾਬ ਸਰਕਾਰ ਦੀ ਆਪਣੀਆਂ ਜ਼ਮੀਨਾਂ ਹੋਣੀਆਂ ਚਾਹੀਦੀਆਂ ਨੇ। ਉਹਦੇ ਵਿੱਚ ਮਨਸੂਰੀ ਵੀ ਸ਼ਾਮਿਲ ਹੈ, ਗੋਆ ਵੀ ਸ਼ਾਮਿਲ ਹੈ, ਹੋਰ ਬਹੁਤ ਇਹੋ ਜਿਹੇ ਡੈਸਟੀਨੇਸ਼ਨ ਨੇ ਜਿਸ ਤੋਂ ਉਹਨਾਂ ਨੇ ਆਪਣੀਆਂ ਜ਼ਮੀਨਾਂ ਖਰੀਦੀਆਂ ਸੀਗੀਆਂ। 8 ਏਕੜ ਜ਼ਮੀਨ ਗੋਆ, ਸਾਊਥ ਗੋਆ ਦੇ ਵਿੱਚ, ਜਿਹੜਾ ਸਭ ਤੋਂ ਵਧੀਆ ਗਿਣਿਆ ਜਾਂਦਾ ਹੈ, ਉੱਥੇ ਪਈ ਹੈ, ਔਰ ਬਹੁਤ ਸਾਲਾਂ ਤੋਂ ਪਈ ਹੈ। ਉਹਦੇ 'ਚ ਸ਼ਾਇਦ ਇੱਕ ਦਿੱਕਤ ਇਹ ਆ ਰਹੀ ਹੈ ਕਿ ਉਹ ਜ਼ਮੀਨ ਦੇ ਉੱਤੇ ਕੰਸਟਰਕਸ਼ਨ ਨਹੀਂ ਕੀਤੀ ਜਾ ਸਕਦੀ, ਬਾਗ ਲਗਾਏ ਜਾ ਸਕਦੇ ਹੈ, ਖੇਤੀ ਕੀਤੀ ਜਾ ਸਕਦੀ ਹੈ, ਕੁਝ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਨੇ, ਪਰ ਜਾਂ ਫਿਰ ਓਪਨ ਜਿਸ ਤਰ੍ਹਾਂ ਦੇ ਬੈਂਚਸ ਲਗਾ ਕੇ ਜਾਂ ਛੋਟੇ ਜੇ ਕੰਕਰੀਟ ਦੀ ਜਿਸ 'ਚ ਉਹ ਇਮਾਰਤਾਂ ਨਾ ਬਣਨ,
ਉਸ ਤਰ੍ਹਾਂ ਦੀਆਂ ਤੁਸੀਂ ਕੁਝ ਬਣਾ ਲਓ। ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਨੇ ਜਿਸ ਤੇ ਉਹ ਤੁਸੀਂ ਲਗਾ ਸਕਦੇ ਹੋ। ਸ਼ਾਇਦ ਇੱਕ ਨੁਕਤਾ ਉਹਦੇ ਵਿੱਚ ਇਹ ਹੈਗਾ ਕਿ ਇਹ ਜ਼ਮੀਨ ਦਾ ਕੋਈ ਬਹੁਤ ਜ਼ਿਆਦਾ ਭਾਅ ਨਹੀਂ ਦੇ ਰਿਹਾ, ਪਰ ਫਿਰ ਵੀ ਜਿਸ ਤਰ੍ਹਾਂ 1 ਲੱਖ ਰੁਪਏ 'ਚ ਦਿੱਤੀ ਹੋਈ ਹੈ ਇਸ, ਔਰ 8 ਏਕੜ ਜ਼ਮੀਨ, ਇਹ ਤਾਂ ਵਾਕਈ ਮਤਲਬ ਜਿਸ ਨੂੰ ਕਹਿੰਦੇ ਨਾ ਵੀ ਕੌਡੀਆਂ ਦੇ ਭਾਅ ਲੁਟਾਣਾ ਹੁੰਦਾ ਹੈ, ਇਹ ਉਹ ਹੈ। ਇਹ ਕਿਉਂਕਿ ਤੁਸੀਂ ਦੇਖੋ ਪਿਛਲੀ ਗਵਰਨਮੈਂਟ ਵੇਲੇ ਚਰਨਜੀਤ ਚੰਨੀ ਹੋਰਾਂ ਕੋਲੇ ਹੀ ਇਹ ਮਹਿਕਮਾ ਸੀਗਾ। ਜਦ ਦੇ ਉਹ ਮਿਨਿਸਟਰ ਬਣੇ ਉਹਨਾਂ ਨੂੰ ਇਹ ਜਿਹੜਾ ਟੂਰਿਜ਼ਮ ਮਿਨਿਸਟਰ ਵੀ ਨਾਲ ਹੀ ਬਣਾਤਾ ਸੀ। ਜਦੋਂ ਨਵਜੋਤ ਸਿੱਧੂ ਤੋਂ ਇਹ ਵਾਪਸ ਲਿੱਤਾ ਸੀ ਮਹਿਕਮਾ, ਉਸ ਤੋਂ ਬਾਅਦ ਇਹ ਇਹਨਾਂ ਕੋਲੇ ਆ ਗਿਆ ਸੀ ਤੇ ਇਹ ਉਹਨਾਂ ਨੇ ਮੁੱਖ ਮੰਤਰੀ ਹੁੰਦੇ ਹੋਏ ਵੀ ਆਪਣੇ ਕੋਲੇ ਰੱਖਿਆ ਸੀ। ਤੇ ਮੁੱਖ ਮੰਤਰੀ ਹੁੰਦੇ ਹੋਏ ਹੀ ਇਹ ਜਿਹੜਾ ਰਮਾਡਾ ਹੋਟਲ ਹੈ ਉਹਨੂੰ 1 ਲੱਖ ਰੁਪਏ ਕਿਰਾਏ ਤੇ ਦਿੱਤਾ ਹੈਗਾ, ਜਿਹਨੂੰ ਲੈ ਕੇ ਮਤਲਬ ਵਿਜੀਲੈਂਸ ਨੂੰ ਇਹਦੇ 'ਚ ਕੋਈ ਕਰਪਸ਼ਨ ਨਜ਼ਰ ਆ ਰਹੀ ਹੈ। ਔਰ ਉਹਨਾਂ ਨੇ ਉਹ ਸਾਰਾ ਰਿਕਾਰਡ ਜਿਹੜਾ ਹੈਗਾ ਉਹ ਮੰਗਿਆ ਡਿਪਾਰਟਮੈਂਟ ਤੋਂ ਤੇ ਵੀ ਇਹ ਸਾਨੂੰ ਰਿਕਾਰਡ ਦਿੱਤਾ ਜਾਏ ਤਾਂ ਕਿ ਪਤਾ ਚੱਲ ਸਕੇ ਵੀ ਕਿਸ ਭਾਅ ਤੇ ਇਹ ਕਿਉਂ ਦਿੱਤਾ ਗਿਆ। ਸੋ ਇਹ ਚੀਜ਼ਾਂ ਜਦ ਤੱਕ ਹੁਣ ਇਹ ਉਹਨਾਂ ਦੇ ਸੈਕਟਰੀ ਜਿਹੜੇ ਹੈਗੇ ਡਿਪਾਰਟਮੈਂਟ ਦੇ, ਉਹਨਾਂ ਨੇ ਕਲੀਅਰ ਵੀ ਇਸ ਦੀ ਪੁਸ਼ਟੀ ਵੀ ਕੀਤੀ ਹੈ ਕਿ ਸਾਡੇ ਕੋਲੇ 4 ਚਿੱਠੀਆਂ ਆਈਆਂ ਨੇ ਵਿਜੀਲੈਂਸ ਡਿਪਾਰਟਮੈਂਟ ਦੀਆਂ ਤੇ ਅਸੀਂ ਉਹਨਾਂ ਨੂੰ ਰਿਕਾਰਡ ਦੇ ਰਹੇ ਹਾਂ। ਇਹ ਕਾਫੀ ਅਹਿਮ ਮਾਮਲਾ ਭਾਸਕਰ ਸਾਹਿਬ। ਹਾਲਾਂਕਿ ਮੈਂ ਤੁਹਾਡੇ ਕੋਲ ਗਵਰਨਰ ਵਾਲਾ ਮਾਮਲਾ ਲੈ ਕੇ ਆ ਰਿਹਾ, ਜਿਹੜਾ ਇਸ ਤਰੀਕੇ ਨਾਲ ਕੋਈ ਪ੍ਰਕਿਰਿਆ ਤਾਂ ਅਪਣਾਈ ਹੋ ਸਕਦਾ ਜਦੋਂ ਇਹ ਜਾਂਚ ਹੋਵੇ ਤੇ ਉਹ ਪ੍ਰਕਿਰਿਆ ਬੜੀ ਫੂਲ ਪ੍ਰੂਫ ਨਿਕਲੇ, ਹੋ ਸਕਦਾ ਟਰਾਂਸਪੇਰੈਂਟ ਵੀ ਹੋਵੇ, ਹੋ ਸਕਦਾ ਬਹੁਤ ਸਾਰੇ ਹੋਰ ਪਲੇਅਰ ਵੀ ਇਹਦੇ 'ਚ ਸ਼ਾਮਲ ਹੋਣ। ਕਈ ਵਾਰੀ ਫਾਰਮੈਲਿਟੀ ਜ਼ਿਆਦਾ ਕੀਤੀਆਂ ਜਾਂਦੀਆਂ, ਜਦੋਂ ਕਿਸੇ ਨੂੰ ਫਾਇਦਾ ਪਹੁੰਚਾਉਣਾ ਹੁੰਦਾ ਉਹਦੇ ਵਿੱਚ ਕਾਗਜ਼ਾਂ ਦਾ ਢਿੱਡ ਪੂਰਾ ਭਰ ਲਿਆ ਜਾਂਦਾ। ਕੋਈ ਹੁਣ ਕੱਚੀਆਂ ਗੋਲੀਆਂ ਤਾਂ IAS ਅਧਿਕਾਰੀ ਵੀ ਨਹੀਂ ਖੇਡੇ, ਕਿਉਂਕਿ ਜਾਂ ਤਾਂ ਜ਼ਿੰਮੇਵਾਰੀ ਕਿਸੇ ਤੇ ਤਾਂ ਫਿਕਸ ਹੋਊਗੀ ਜੇ ਕੁਛ ਗਲਤੀ ਨਿਕਲਦੀ ਹੈ, ਪਰ ਮੁੱਢਲੇ ਤੌਰ ਤੇ ਅਸੀਂ ਦਾਅਵਾ ਨਹੀਂ ਕਰ ਸਕਦੇ। ਇਹਨੂੰ ਆਪਾਂ ਕਥਿਤ ਕਰਪਸ਼ਨ ਦਾ ਜ਼ਿਕਰ ਕਰ ਸਕਦੇ ਹਾਂ ਜੇ ਕੋਈ ਦੋਸ਼ ਲੱਗਿਆ। ਸੋ ਇਹਨੂੰ ਗੱਲ ਨੂੰ ਥੋੜਾ ਜਿਹਾ ਅੱਗੇ ਵਧਾਓ। ਦੂਜਾ ਫਿਰ ਆਪਾਂ ਗਵਰਨਰ ਸਾਹਿਬ ਦਾ ਮੁੱਦਾ ਵੀ ਤੁਸੀਂ ਐਡਰੈਸ ਕਰੋ। ਜਿੱਥੇ ਤੱਕ ਚੰਨੀ ਉਹਨਾਂ ਦੀ ਗੱਲ ਹੈ, ਕੱਲ 10:30 ਵਜੇ ਦੂਜੀ ਵਾਰ ਸੀਗਾ ਜਦ ਚੰਨੀ ਉਹਨਾਂ ਵਿਜੀਲੈਂਸ ਬਿਊਰੋ ਦੇ ਦਫ਼ਤਰ ਦੇ ਵਿੱਚ ਜਾ ਰਹੇ ਸੀਗੇ। 10:30 ਵਜੇ ਜਦੋਂ ਐਂਟਰ ਕਰਦੇ ਨੇ ਗੇਟ ਦੇ ਵਿੱਚ ਤੇ ਉਹਨਾਂ ਦੇ ਅੰਦਰ ਇੱਕ ਕੌਨਫੀਡੈਂਸ ਜਿਹਾ ਨਜ਼ਰ ਆਉਂਦਾ ਹੈ। ਹੱਥ 'ਚ ਇੱਕ ਕਾਗਜ਼ ਫੜਿਆ ਹੁੰਦਾ, ਪੱਤਰਕਾਰ ਪੁੱਛਦੇ ਨੇ ਵੀ ਪੂਰਾ ਪਰਫਾਰਮਾ ਭਰ ਕੇ ਲੈ ਆਏ, ਤੇ ਨਾਲ ਹੀ ਉਹ ਪਰਫਾਰਮਾ ਦਿਖਾਉਂਦੇ ਨੇ ਕਿ ਹਾਂ ਸਭ ਕੁਝ ਹੈਗਾ ਮੇਰੇ ਕੋਲ। ਉਹਨਾਂ ਨੇ ਕਿਹਾ ਜੀ ਅਸੀਂ ਗੱਲਬਾਤ ਕਰਨਾ ਚਾਹੁੰਦੇ, ਕਹਿੰਦੇ ਬਾਹਰ ਨਿਕਲੂੰਗਾ ਤੇ ਤੁਹਾਡੇ ਨਾਲ ਗੱਲ ਕਰੂੰਗਾ, ਫਿਲਹਾਲ ਮੈਂ ਇਹਨਾਂ ਨੂੰ ਮੀਟਿੰਗ ਕਰਕੇ ਜੋ ਵੀ ਇਹਨਾਂ ਨਾਲ ਪੁੱਛਗਿੱਛ ਹੈਗੀ ਉਹਦੇ ਵਾਸਤੇ ਮੈਂ ਅੰਦਰ ਜਾ ਰਿਹਾ। 4-5 ਬੰਦੇ ਚੰਨੀ ਉਹਨਾਂ ਦੇ ਪਿੱਛੇ ਵੀ ਚੱਲ ਰਹੇ ਹੁੰਦੇ ਨੇ, ਉਹ ਵਿਜੀਲੈਂਸ ਵਾਲੇ ਹੁੰਦੇ ਨੇ ਜਾਂ ਫਿਰ ਚੰਨੀ ਉਹਨਾਂ ਦੇ ਭਾਂਜੇ ਭਤੀਜੇ ਹੁੰਦੇ ਨੇ, ਸਾਨੂੰ ਨਹੀਂ ਪਤਾ। ਪਰ ਅੰਦਰ ਐਂਟਰ ਕਰਨ ਤੋਂ ਬਾਅਦ 3 ਵਜੇ ਦੇ ਕਰੀਬ ਉਹ ਬਾਹਰ ਨਿਕਲਦੇ ਨੇ। ਬਾਹਰ ਨਿਕਲ ਕੇ ਉਹ ਆਪਣੀ ਗੱਡੀ 'ਚ ਬੈਠਦੇ ਨੇ, ਜਿਹੜੀ ਪੱਤਰਕਾਰਾਂ ਨੂੰ ਉਹ ਵਾਅਦਾ ਕਰਕੇ ਗਏ ਸੀ ਵੀ ਬਾਹਰ ਨਿਕਲ ਕੇ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ, ਉਹ ਗੱਲ ਨਹੀਂ ਕਰਦੇ। ਤੇ ਉਹਨਾਂ ਦੇ ਚਿਹਰੇ ਦੇ ਉੱਤੇ ਸ਼ਿਕਨ ਸਾਫ਼ ਦੇਖੀ ਜਾ ਸਕਦੀ ਸੀ। ਇਹ ਪੱਤਰਕਾਰ ਬਤੌਰ ਪੱਤਰਕਾਰ ਇਹ ਬਿਆਨ ਵੀ ਆਏ ਨੇ। ਹੁਣ ਇਹਦੇ ਵਿੱਚ ਅੰਦਰ ਦੀ ਗੱਲਾਂ ਕੁਝ ਬਾਹਰ ਨਿਕਲ ਕੇ ਆਈਆਂ। ਉਹਨਾਂ ਨੂੰ ਬੈਂਕ ਖਾਤਿਆਂ ਦੀ ਡਿਟੇਲ ਪੁੱਛੀ ਗਈ ਕਿ ਵੀ ਇੰਨੇ ਪੈਸੇ ਇਹਨਾਂ ਬੈਂਕਾਂ ਦੇ ਵਿੱਚ ਤੁਹਾਡੇ ਕਿੱਥੋਂ ਆਏ ਤੇ ਕੀ ਸੀਗਾ, ਇਹਦੀ ਉਹ ਹਜੇ ਤੱਕ ਜਵਾਬ ਨਹੀਂ ਦੇ ਪਾਏ। ਹੋ ਸਕਦਾ ਅਗਲੀ ਵਾਰ ਉਹਦੀ ਡਿਟੇਲ ਮੰਗਵਾਈ ਗਈ ਹੋਏ ਉਹਨਾਂ ਤੋਂ। ਉਸ ਤੋਂ ਇਲਾਵਾ ਕੋਲੋਨਾਈਜ਼ਰਸ ਦੇ ਨਾਲ ਉਹਨਾਂ ਦੇ ਲਿੰਕ, ਪਰ ਚਲੋ ਉਸ ਬਾਰੇ ਦੇ ਵਿੱਚ ਵੀ ਸਵਾਲ ਪੁੱਛੇ ਗਏ ਸੀ। ਫਿਰ ਉਹਨਾਂ ਦਾ ਫੋਰਨ ਟੂਰ, ਉਹਦੇ ਬਾਰੇ 'ਚ ਵੀ 50 ਸਵਾਲ ਵਿਜੀਲੈਂਸ ਬਿਊਰੋ ਦੇ ਆਫੀਸ਼ੀਅਲਸ ਨੇ ਉਹਨਾਂ ਨੂੰ ਪੁੱਛੇ ਸੀ, ਜਿਹਦੇ ਜਵਾਬ ਕਥਿਤ ਤੌਰ ਤੇ ਉਹ ਸਹੀ ਤਰੀਕੇ ਨਾਲ ਹਜੇ ਤੱਕ ਨਹੀਂ ਦੇ ਸਕੇ। ਹੁਣ ਬੁਲਾਇਆ ਜਾਏਗਾ ਅਗਲੀ ਡੇਟ ਦੇ ਉੱਤੇ ਉਹਨਾਂ ਤੋਂ ਉਹ ਸਵਾਲ, ਜਿਨ੍ਹਾਂ ਸਵਾਲਾਂ ਦੇ ਉੱਤੇ ਫਿਲਹਾਲ ਉਹ ਜਵਾਬ ਦੇਣ ਦੇ ਵਿੱਚ ਕਾਮਯਾਬ ਨਹੀਂ ਹੋਏ ਸੀ, ਉਹਨਾਂ ਸਵਾਲਾਂ ਦਾ ਜਵਾਬ ਉਹਨਾਂ ਨੂੰ ਦੇਣਾ ਪਏਗਾ। ਪਰ ਖਾਸ ਗੱਲ ਇਹ ਕਿ ਜਦ ਪਿਛਲੀ ਵਾਰ ਚੰਨੀ ਉਹਨਾਂ ਗਏ ਸੀਗੇ ਤੇ ਇੱਕ ਪ੍ਰੈਸ ਕਾਨਫਰੰਸ ਕਰਕੇ ਗਏ ਸੀ, ਔਰ ਉਸ ਤੋਂ ਬਾਅਦ ਵੀ ਉਹਨਾਂ ਨੇ ਵਿਜੀਲੈਂਸ ਬਿਊਰੋ ਦੇ ਉੱਤੇ ਆਪਣਾ ਅਟੈਕ ਜਾਰੀ ਰੱਖਿਆ ਸੀ। ਪਰ ਕੱਲ ਏਦਾਂ ਦਾ ਕੁਝ ਨਹੀਂ ਹੋਇਆ। ਜਾਣ ਤੋਂ ਪਹਿਲੇ ਵੀ ਉਹਨਾਂ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ, ਔਰ ਆਉਣ ਤੋਂ ਬਾਅਦ ਵੀ ਉਹਨਾਂ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ। ਹੁਣ ਗਵਰਨਰ ਸਾਹਿਬ ਦੀ ਗੱਲ ਕਰੀਏ। ਗਵਰਨਰ ਸਾਹਿਬ ਦੇ ਮੁੱਦੇ ਦੇ ਉੱਤੇ ਬਹੁਤ ਕੁਝ ਪੰਜਾਬ ਦੇ ਵਿੱਚ ਇੱਕ ਤਰੀਕੇ ਨਾਲ ਸੱਸ ਨੂੰਹ ਦੀ ਲੜਾਈ ਹੁੰਦੀ ਹੈ, ਉੱਦਾਂ ਦੀ ਲੜਾਈ ਤਕਰੀਬਨ ਇੱਦਾਂ ਦੀ ਚੱਲ ਰਹੀ ਹੈ। ਚਿੱਠੀਆਂ ਤੁਹਾਨੂੰ ਪਤਾ ਹੈ ਗਵਰਨਰ ਸਾਹਿਬ ਨੇ ਬਹੁਤ ਸਾਰੀਆਂ ਲਿਖੀਆਂ। ਕੱਲ ਇੱਕ ਹੋਰ ਚਿੱਠੀ ਲਿਖੀ, ਉਸ ਚਿੱਠੀ ਦੇ ਵਿੱਚ ਸੁਪਰੀਮ ਕੋਰਟ ਦੇ ਉਸ ਆਰਡਰ ਦਾ ਹਵਾਲਾ ਕੀਤਾ ਹੈ ਕਿ ਇਹ ਮੁੱਖ ਮੰਤਰੀ ਦੀ ਡਿਊਟੀ ਹੈ, ਡਿਊਟੀ ਬਾਉਂਡ ਹੈ ਮੁੱਖ ਮੰਤਰੀ ਕਿ ਮੇਰੇ ਪੁੱਛੇ ਹੋਏ ਸਵਾਲਾਂ ਦਾ ਜਵਾਬ ਦੇਣ। ਇਹ ਸੁਪਰੀਮ ਕੋਰਟ ਨੇ ਵੀ ਕਿਹਾ। ਇਹ ਗੱਲਾਂ ਉਹਨਾਂ ਨੇ ਕੀਤੀਆਂ। ਉਹ ਹੁਣ ਤੱਕ ਮੇਰੇ ਖਿਆਲ ਨਾਲ 4 ਤੋਂ ਵੱਧ ਲੈਟਰ ਲਿਖ ਚੁੱਕੇ ਨੇ। ਉਹ ਪਹਿਲਾ ਲੈਟਰ ਤੁਹਾਨੂੰ ਯਾਦ ਹੋਏਗਾ ਜਦ ਉਹਨਾਂ ਨੇ ਕੁਲਦੀਪ ਚਾਹਲ ਉਹਨਾਂ ਦੀ ਅਪਾਇੰਟਮੈਂਟ ਦੇ ਬਾਰੇ ਪੁੱਛਿਆ ਸੀਗਾ, ਔਰ ਟੀਚਰਾਂ ਨੂੰ ਜਦ ਸਿੰਗਾਪੁਰ ਵਗੈਰਾ ਜਿਹੜਾ ਭੇਜਿਆ ਸੀਗਾ ਉਹਦੇ ਉੱਤੇ ਵੀ ਸਵਾਲ ਉੱਠੇ ਸੀ। ਇੱਕ ਵੀ ਗੱਲ ਦਾ ਜਵਾਬ ਹਾਲਾਂਕਿ ਆਫੀਸ਼ੀਅਲੀ ਭਗਵੰਤ ਮਾਨ ਉਹਨਾਂ ਨੇ ਗਵਰਨਰ ਸਾਹਿਬ ਨੂੰ ਨਹੀਂ ਦਿੱਤਾ। ਇਹਦੀ ਇੱਕ ਚੀਜ਼ ਕੱਲ ਗਵਰਨਰ ਸਾਹਿਬ ਦੇ ਉਸ ਲੈਟਰ ਦੇ ਵਿੱਚ ਨਜ਼ਰ ਆ ਰਹੀ ਸੀ ਵੀ ਜਵਾਬ ਤੇ ਤੁਹਾਨੂੰ ਦੇਣਾ ਪਏਗਾ। ਹਾਲਾਂਕਿ ਉਹ ਸੁਪਰੀਮ ਕੋਰਟ ਨੇ ਆਪਣੇ ਆਰਡਰ ਦੇ ਵਿੱਚ ਇਹ ਨਹੀਂ ਡਿਕਲੇਅਰ ਕੀਤਾ ਕਿ ਵੀ ਜਵਾਬ ਗਵਰਨਰ ਸਾਹਿਬ ਦੀ ਮਰਜ਼ੀ ਦਾ ਹੋਣਾ ਚਾਹੀਦਾ ਹੈ। ਗਵਰਨਰ ਸਾਹਿਬ ਦੀ ਰਿਕਮੈਂਡੇਸ਼ਨ ਦੇ ਉੱਤੇ
ਐਕਸ਼ਨ ਟੇਕਨ ਰਿਪੋਰਟ ਦੇਣ ਵਾਸਤੇ ਕੀ ਬਾਉਂਡ ਹੈਗੀ ਹੈ ਸਰਕਾਰ, ਇਹਦੇ ਉੱਤੇ ਵੀ ਸੁਪਰੀਮ ਕੋਰਟ ਨੇ ਕੁਝ ਨਹੀਂ ਕਿਹਾ, ਕਿਉਂਕਿ ਸੁਪਰੀਮ ਕੋਰਟ ਦੇ ਹਿਸਾਬ ਨਾਲ ਜਾਂ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਗਵਰਨਰ ਰਿਕਮੈਂਡਡ ਜ਼ਰੂਰ ਕਰ ਸਕਦੇ ਆ, ਪਰ ਸਰਕਾਰ ਜਾਂ ਕਾਉਂਸਲ ਆਫ ਮਿਨਿਸਟਰ ਗਵਰਨਰ ਸਾਹਿਬ ਦੀ ਰਿਕਮੈਂਡੇਸ਼ਨ ਜਾਂ ਉਹਨਾਂ ਦੀ ਐਡਵਾਈਸ ਦੇ ਉੱਤੇ ਕੰਮ ਕਰਨ ਵਾਸਤੇ ਬਾਉਂਡ ਨਹੀਂ ਹੈ, ਬਾਧਿਆ ਨਹੀਂ ਹੈ। ਇਹ ਜਿਹੀ ਲੜਾਈ ਅਗਲੇ ਦੌਰ ਤੇ ਜਾਣ ਵਾਲੀ ਹੈ। ਜਿਸ ਤਰ੍ਹਾਂ ਤੁਸੀਂ 19 ਤੇ 20 ਤਰੀਕ ਦੇ ਸੈਸ਼ਨ ਦੀ ਗੱਲ ਹੈ, ਉਸ ਸੈਸ਼ਨ ਦੇ ਬੁਲਾਏ ਜਾਣ ਦੇ ਵਿੱਚ ਵੀ ਪਿਛਲੇ ਦਿਨਾਂ ਦੇ ਗਵਰਨਰ ਨੇ ਕਿਹਾ ਮੈਂ ਦੇ ਦੂੰਗਾ ਇਜਾਜ਼ਤ, ਪਰ ਅਗਲਿਆਂ ਨੇ ਮੰਗੀ ਨਹੀਂ ਇਜਾਜ਼ਤ। ਉਹ ਕਹਿੰਦੇ ਨੇ ਮਾਰਚ ਦੇ ਮਹੀਨੇ ਦੇ ਵਿੱਚ ਅਸੀਂ ਸੈਸ਼ਨ ਨੂੰ ਸਾਈਨ ਡਾਈ ਨਹੀਂ ਕੀਤਾ ਸੀਗਾ, ਤੇ ਉਸ ਸੈਸ਼ਨ ਨੂੰ ਹੀ ਦੁਬਾਰਾ ਸਪੀਕਰ ਸਾਹਿਬ ਨੇ ਆਪਣੇ ਲੈਵਲ ਤੇ ਬੁਲਾ ਲਿਆ, ਗਵਰਨਰ ਸਾਹਿਬ ਦੀ ਲੋੜ ਹੀ ਨਹੀਂ ਪਈ। ਇਹ ਜਿਹੜਾ ਟਕਰਾਵ ਹੈ ਗਵਰਨਰ ਸਾਹਿਬ ਦਾ ਤੇ ਮੁੱਖ ਮੰਤਰੀ ਦਾ ਪੰਜਾਬ ਦੇ ਵਿੱਚ ਹਜੇ ਹੋਰ ਚੱਲਣ ਵਾਲਾ ਹੈ। ਇਹਦੀ ਇੰਡੀਕੇਸ਼ਨ ਕੱਲ ਜ਼ਰੂਰ ਲੱਗੀ ਜਦ ਗਵਰਨਰ ਸਾਹਿਬ ਨੇ ਉਹ ਚੀਜ਼ ਉਸ ਲੈਟਰ ਦੇ ਜ਼ਰੀਏ ਮੁੱਖ ਮੰਤਰੀ ਨੂੰ ਕਮਿਊਨੀਕੇਟ ਕੀਤੀ। ਇੰਦਰਪ੍ਰੀਤ ਜੀ, ਜਦੋਂ ਗਵਰਨਰ ਉਸ ਧਾਰਾ ਦਾ ਜ਼ਿਕਰ ਕਰਦੇ ਆ ਵੀ ਜਿਸ ਮੱਦ ਥੱਲੇ ਤੁਸੀਂ ਮੈਨੂੰ ਜਵਾਬ ਦਿਓ, ਤੇ ਸੁਪਰੀਮ ਕੋਰਟ ਦਾ ਵੀ ਤੁਸੀਂ ਸਨਮਾਨ ਨਹੀਂ ਕਰ ਰਹੇ, ਜਦੋਂ ਇਹ ਜ਼ਿਕਰ ਕਰਦੇ ਆ, ਉਹ ਕੀ ਸੰਕੇਤ ਹੈ? ਦਰਅਸਲ ਗਵਰਨਰ ਇਸ ਪੱਤਰ ਰਾਹੀਂ ਮੁੱਖ ਮੰਤਰੀ ਨੂੰ ਕੀ ਜਚਾਉਣਾ ਚਾਹ ਰਿਹਾ? ਰੰਧਾਵਾ ਸਾਹਿਬ, ਦੇਖੋ ਜਿਸ ਦਿਸ਼ਾ 'ਚ ਤੁਸੀਂ ਗੱਲ ਕਰ ਰਹੇ ਹੋ ਕਿ ਜਾ ਰਹੀ ਹੈ ਉਹ 356 ਵਾਲੀ ਹੀ ਹੈ, ਤੇ ਮੈਨੂੰ ਲੱਗਦਾ ਕਿ ਹੁਣ 356 ਧਾਰਾ ਲਗਾਉਣਾ ਬਹੁਤ ਮੁਸ਼ਕਿਲ ਹੋ ਗਿਆ ਹੈ, ਕਿਉਂਕਿ ਤੁਸੀਂ ਦੇਖੋ ਪਿਛਲੇ ਕਾਫੀ ਸਾਲਾਂ ਤੋਂ ਮੇਰਾ ਖਿਆਲ ਹੈ ਕਿ ਇਸ ਧਾਰਾ ਦਾ ਵਰਤੋਂ ਨਹੀਂ ਕੀਤੀ ਕਿ ਜਿਹੜੀ ਕਿ ਪਹਿਲਾਂ ਆਮ ਹੀ ਵਰਤੀ ਜਾ ਰਹੀ ਸੀ। ਹੁਣ ਇਹ ਵਰਤੋਂ ਨਹੀਂ ਕਰੀ ਜਾਂਦੀ, ਕਿਉਂਕਿ ਹੁਣ ਜ਼ਿਆਦਾਤਰ ਸਰਕਾਰਾਂ ਜਿਹੜੀਆਂ ਨੇ ਸਟੇਟ ਗਵਰਨਮੈਂਟਾਂ 'ਚ ਜਿਹੜੀਆਂ ਰੀਜਨਲ ਪਾਰਟੀਆਂ ਉਹਨਾਂ ਨਾਲ ਮਿਲ ਕੇ ਹੀ ਬਣਦੀਆਂ। ਇੱਥੇ ਵੀ NDA ਬਣਿਆ ਹੋਇਆ ਜਾਂ ਪਹਿਲਾਂ UPA ਰਿਹਾ ਹੋਇਆ, ਉਸ ਤੋਂ ਪਹਿਲਾਂ ਚਾਹੇ ਵਾਜਪੇਈ ਸਾਹਿਬ ਦੀ ਸਰਕਾਰ ਸੀ, ਸਾਰੀਆਂ ਦੀਆਂ ਸਾਰੀਆਂ ਸਰਕਾਰਾਂ ਜਿਹੜੀਆਂ ਨੇ ਸਟੇਟਾਂ ਨਾਲ ਮਿਲ ਕੇ ਬਣੀਆਂ। ਇਸ ਕਰਕੇ ਜਦੋਂ ਰੀਜਨਲ ਪਾਰਟੀਆਂ ਦਾ ਇਹ ਤਾਂ ਉਦੋਂ ਦਬਾਅ ਹੁੰਦਾ ਹੀ ਹੈ ਕਿ ਤੁਸੀਂ ਧਾਰਾ 356 ਦਾ ਵਰਤੋਂ ਨਹੀਂ ਕਰੋਗੇ। ਪਰ ਮੈਨੂੰ ਇਹ ਲੱਗਦਾ ਵੀ ਜਿਹੜੀ ਹਲਕੀ ਜੀ ਇੱਕ ਧਮਕੀ ਕਹਿ ਲਓ ਜਾਂ ਹਲਕੀ ਜੀ ਚੇਤਾਵਨੀ ਕਹਿ ਲਓ ਜਿਹੜੀ ਸਪੀਕਰ ਗਵਰਨਰ ਸਾਹਿਬ ਨੇ ਦਿੱਤੀ ਹੈ ਕਿ ਮੈਂ ਸਾਰਾ ਰਿਕਾਰਡ ਰੱਖ ਰਿਹਾ, ਤਾਂ ਉਹਦਾ ਮਤਲਬ ਇਹੀ ਹੈ ਕਿ ਤੁਸੀਂ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰ ਰਹੇ, ਤਾਂ ਮੈਂ ਤੁਹਾਡੀ ਇਹ ਜਿਹੜੀਆਂ ਮਤਲਬ ਜਿਹੜੀਆਂ ਗੈਰ ਸੰਵਿਧਾਨਕ ਕਾਰਵਾਈਆਂ ਹੈਗੀਆਂ ਨੇ ਇਹਨੂੰ ਗਵਰਨਮੈਂਟ ਆਫ ਇੰਡੀਆ ਨੂੰ ਸੁਪਰੀਮ ਕੋਰਟ 'ਚ ਔਰ ਹੋਮ ਮਿਨਿਸਟਰੀ ਨੂੰ ਭੇਜ ਸਕਦਾ ਤੇ ਰਿਕਮੈਂਡ ਵੀ ਕਰ ਸਕਦਾ ਵੀ ਇਹ ਸਰਕਾਰ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰ ਰਹੀ, ਇਸ ਕਰਕੇ ਇਹਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ। ਪਰ ਉਹੀ ਜਿਹੜੀ ਮੈਂ ਗੱਲ ਕਰ ਰਿਹਾ ਕਿ ਇਹ ਸਰਕਾਰ ਇੰਨੀ ਮਜ਼ਬੂਤੀ, ਮੇਰਾ ਇੰਦਰਪ੍ਰੀਤ ਜੀ ਕਹਿਣ ਦਾ ਮਤਲਬ ਇਹ ਨਹੀਂ, ਮੇਰਾ ਮਤਲਬ ਤਾਂ ਇਹ ਹੈ ਕਿ ਉਹ ਹੋਮ ਮੰਤਰਾਲੇ ਥਾਣੀ ਆਪਣੀ ਅਪਾਇੰਟਡ ਅਥਾਰਟੀ ਰਾਸ਼ਟਰਪਤੀ ਨੂੰ ਇਹ ਭੇਜ ਸਕਦੇ ਨੇ ਕਿ ਭਾਰਤ ਦੇ ਸੰਵਿਧਾਨ ਦੇ ਅੰਤਰਗਤ ਜਿਵੇਂ ਜਿਵੇਂ ਸਰਕਾਰਾਂ ਨੇ ਚੱਲਣਾ ਹੁੰਦਾ, ਪੰਜਾਬ ਸਰਕਾਰ ਮੇਰੇ ਲਗਾਤਾਰ ਐਫਰਟਸ ਦੇ ਬਾਵਜੂਦ ਉਸ ਦਿਸ਼ਾ 'ਚ ਨਹੀਂ ਚੱਲ ਰਹੀ। ਮਤਲਬ ਕੱਲ ਨੂੰ ਸੁਪਰੀਮ ਕੋਰਟ ਦੇ ਵਿੱਚ ਜਾਣ ਤੋਂ ਪਹਿਲਾਂ, ਕਿਉਂਕਿ ਜਦੋਂ ਸੁਪਰੀਮ ਕੋਰਟ ਗਵਰਨਰ ਨੂੰ ਇਸ ਗੱਲੋਂ ਹਲਕਾ ਜਿਹਾ ਝਿੜਕਦੀ ਹੈ ਕਿ ਤੁਸੀਂ ਕਿਸੇ ਸੈਸ਼ਨ ਨੂੰ ਰੋਕ ਨਹੀਂ ਸਕਦੇ, ਤੁਹਾਨੂੰ ਪ੍ਰਵਾਨਗੀ ਦੇਣੀ ਹੋਊਗੀ, ਔਰ ਦੂਜੇ ਬੰਨੇ ਨਾਲ ਦੀ ਨਾਲ ਉਹ ਪੰਜਾਬ ਸਰਕਾਰ ਨੂੰ ਵੀ ਕਹਿੰਦੇ ਕਿ ਤੁਸੀਂ ਗਵਰਨਰ ਸਾਹਿਬ ਨੂੰ ਉਹਨਾਂ ਦੀਆਂ ਜਿਹੜੀਆਂ ਕੁਆਰੀਜ਼ ਨੇ, ਉਹਨਾਂ ਦੀਆਂ ਚਿੱਠੀਆਂ ਨੇ, ਉਹਨਾਂ ਦੇ ਜਵਾਬ ਵੀ ਦਿਓ। ਗਵਰਨਰ ਤਾਂ ਕਿਉਂਕਿ ਸਾਫ਼ ਡਾਇਰੈਕਸ਼ਨ ਸੀ ਕਿ ਤੁਸੀਂ ਸੈਸ਼ਨ ਦੀ ਪ੍ਰਵਾਨਗੀ ਦੇ ਦਿੰਦੇ ਆ, ਲੇਕਿਨ ਚਿੱਠੀਆਂ ਦੇ ਜਵਾਬ ਜੇਕਰ ਨਹੀਂ ਆਏ, ਗਵਰਨਰ ਲਗਾਤਾਰ ਹੋਰ ਚਿੱਠੀਆਂ ਲਿਖ ਦਿੰਦੇ, ਉਸ ਤੋਂ ਬਾਅਦ ਵੱਖ-ਵੱਖ ਮੁੱਦਿਆਂ ਤੇ ਲਿਖ ਦਿੰਦੇ ਆ, ਤੇ ਇਸ ਸੰਬੰਧ ਦੇ ਵਿੱਚ ਜਿਹੜਾ ਅੰਤਮ ਫੈਸਲਾ ਸੁਪਰੀਮ ਕੋਰਟ 'ਚ ਜਾ ਕੇ ਹੋਊਗਾ, ਕਿਤੇ ਐਮਬੈਰਸਮੈਂਟ ਵੀ ਸਹਿਣੀ ਪੈ ਸਕਦੀ ਆ। ਬਿਲਕੁਲ, ਮੈਂ ਇਹੀ ਰੰਧਾਵਾ ਸਾਹਿਬ ਇਹ ਕਹਿ ਰਿਹਾ ਕਿ ਇਹ ਦੋ ਧਾਰੀ ਤਲਵਾਰ ਹੈ। ਮੈਂ ਇਹੀ ਕਿਹਾ ਸੀ ਵੀ ਗਵਰਨਮੈਂਟ ਜਿਹੜੀ ਗਵਰਨਰ ਸਾਹਿਬ ਦੀ ਜਿਹੜੀ ਚੇਤਾਵਨੀ ਹੈ ਨਾ, ਉਹ ਇਸੇ ਦਿਸ਼ਾ ਵੱਲ ਹੈ ਕਿ ਉਹ ਜਿਹੜੀ ਲਾਸਟ ਉਹਨਾਂ ਕੋਲ ਕੀ ਅਥਾਰਟੀ ਹੈ ਉਸ ਤੇ ਤੱਕ ਜਾਣ। ਪਰ ਉਸ ਤੋਂ ਪਹਿਲਾਂ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ, ਜੇ ਸਪੋਜ਼ ਕਰੋ ਕਿ ਕੱਲ ਦੁਬਾਰਾ ਸੁਪਰੀਮ ਕੋਰਟ ਦੇ ਵਿੱਚ ਗਵਰਨਰ ਸਾਹਿਬ ਹੀ ਚਲੇ ਜਾਂਦੇ ਆ, ਤਾਂ ਉੱਥੇ ਕੀ ਜਵਾਬ ਦੇਗੀ ਫਿਰ, ਜਦੋਂ ਕਿ ਸੁਪਰੀਮ ਕੋਰਟ ਨੇ ਖੁਦ ਕਿਹਾ ਕਿ ਤੁਸੀਂ ਗਵਰਨਰ ਸਾਹਿਬ ਵੱਲੋਂ ਪੁੱਛੇ ਗਏ ਹਰ ਸਵਾਲ ਦਾ ਜਵਾਬ ਦੇਣ ਲਈ ਬਾধ্য ਹੋ। ਤੇ ਜਦੋਂ ਤੁਹਾਨੂੰ ਇੱਕ ਵੀ ਸਵਾਲ ਦਾ ਜਵਾਬ ਦਿੱਤਾ ਨਹੀਂ, ਤਾਂ ਇਹ ਰਿਕਾਰਡ ਤਾਂ ਉਹਨਾਂ ਦੇ ਖਿਲਾਫ ਹੈ ਹੀ ਹੈ ਨਾ। ਤੇ ਇਸ ਰਿਕਾਰਡ ਦੇ ਖਿਲਾਫ ਅਗਰ ਗਵਰਨਰ ਸਾਹਿਬ ਕੋਈ ਸਖਤ ਐਕਸ਼ਨ ਲੈਂਦੇ ਹੈ ਜਾਂ ਗਵਰਨਮੈਂਟ ਆਫ ਇੰਡੀਆ ਕੋਈ ਸਖਤ ਐਕਸ਼ਨ ਲੈ ਲੈਂਦੀ ਹੈ, ਤਾਂ ਮੈਨੂੰ ਲੱਗਦਾ ਹੈ ਕਿ ਉਦੋਂ ਜਦੋਂ ਸਟੇਟ ਗਵਰਨਮੈਂਟ ਫਿਰ ਇਸ ਬਚਾਓ ਲਈ ਉੱਥੇ ਸੁਪਰੀਮ ਕੋਰਟ 'ਚ ਜਾਏਗੀ ਤਾਂ ਉਹਦੇ ਲਈ ਰਾਹ ਔਖਾ ਹੋ ਜਾਏਗਾ। ਇਹ ਸਾਰੀਆਂ ਦੀ ਇੱਕ ਤਰ੍ਹਾਂ ਦਾ ਇੱਕ ਸ਼ੀਸ਼ਾ ਜਿਹੜਾ ਹੈਗਾ ਗਵਰਨਰ ਸਾਹਿਬ ਮੁੱਖ ਮੰਤਰੀ ਹੋਰਾਂ ਨੂੰ ਦਿਖਾ ਰਹੇ ਨੇ ਕਿ ਤੁਸੀਂ
ਗੈਰ ਸੰਵਿਧਾਨਿਕ ਕਾਰਵਾਈਆਂ ਕਰ ਰਹੇ ਹੋ ਲਗਾਤਾਰ। ਸੋ ਮੈਨੂੰ ਇਹ ਲੱਗ ਰਿਹਾ ਕਿ ਉਹ ਦਿਸ਼ਾ ਉਹੀ ਹੈ, ਪਰ ਹਜੇ ਉਹਦੇ ਜਿਹੜੇ ਵੀ ਦਾएं ਬਾएं ਹੋਰ ਰਸਤੇ ਹੋ ਸਕਦੇ ਆ, ਉਹ ਉਹਨਾਂ ਨੂੰ ਕਲੋਜ਼ ਕੀਤਾ ਜਾ ਰਿਹਾ, ਫਿਰ ਅਲਟੀਮੇਟਲੀ ਉਹ ਜਾਣਾ ਉਸ ਪਾਸੇ। ਇਹ ਬਿਲਕੁਲ ਠੀਕ ਹੈ, ਜਾਣਾ ਉਸ ਪਾਸੇ, ਪਰ ਉੱਥੇ ਸਰਕਾਰ, ਪੰਜਾਬ ਸਰਕਾਰ ਇਹ ਵੀ ਕਹਿ ਸਕਦੀ ਹੈ ਕਿ ਗਵਰਨਰ ਸਾਹਿਬ ਨੇ ਜੋ ਸਾਨੂੰ ਸਮੇਂ-ਸਮੇਂ ਤੇ ਕਰਨ ਲਈ ਕਿਹਾ, ਅਸੀਂ ਇਸ ਮੌਕੇ ਤੇ ਉਹ ਕਰ ਦਿੱਤਾ। ਜਿਵੇਂ ਕਟਾਰੂ ਚੱਕ ਵਾਲਾ ਮਾਮਲਾ ਹੈ ਜਾਂ ਬਾਕੀ ਸਾਰੇ ਮਾਮਲੇ ਆ, ਉਹਨਾਂ ਮਾਮਲਿਆਂ 'ਚ ਕਾਰਵਾਈ ਰਿਪੋਰਟ ਜਿਹੜੀ ਆ ਉਹ ਸੁਪਰੀਮ ਕੋਰਟ ਜਾਂ ਜਿਹੜੀ ਵੀ ਕੋਈ ਅਥਾਰਟੀ ਉਹਨਾਂ ਨੂੰ ਪੁੱਛੇਗੀ ਕਿ ਤੁਸੀਂ ਗਵਰਨਰ ਦੀਆਂ ਗੱਲਾਂ ਦੇ ਜਵਾਬ ਕਿਉਂ ਨਹੀਂ ਦਿੰਦੇ, ਤੇ ਉਹ ਇਹ ਕਹਿ ਸਕਦੇ ਆ ਵੀ ਅਸੀਂ ਤੇ ਜਵਾਬ ਕੀ ਦੇਣਾ, ਅਸੀਂ ਤੇ ਕਾਰਵਾਈ ਕਰਤੀ ਜੀ ਉਹਦੇ ਉੱਤੇ। ਗਵਰਨਰ ਸਾਹਿਬ ਨੇ ਸਾਨੂੰ ਪੱਤਰ ਲਿਖਿਆ ਤੇ ਅਸੀਂ ਉਸੇ ਡਾਇਰੈਕਸ਼ਨ ਦੇ ਵਿੱਚ ਇਹ ਡਾਇਰੈਕਸ਼ਨਾਂ ਜਾਰੀ ਕਰਤੀਆਂ। ਪੰਜਾਬ ਗਵਰਨਮੈਂਟ ਆਪਣਾ ਪੱਖ ਰੱਖ ਸਕਦੀ ਹੈ। ਭਾਸਕਰ ਸਾਹਿਬ, ਆਖਰ ਦੇ ਵਿੱਚ ਚੱਲਦੇ ਆ, ਟਵਿੱਟਰ ਦੇ ਫਾਰਮਰ CEO ਸੰਸਥਾਪਕ, ਉਹ ਜਦੋਂ ਭਾਰਤ ਸਰਕਾਰ ਨੂੰ ਮੁਕੰਮਲ ਕਟਹਿਰੇ 'ਚ ਖੜਾ ਕਰ ਦਿੰਦੇ ਆ, ਇੱਥੇ ਜਵਾਬ ਦੇਣਾ ਬੜਾ ਔਖਾ ਹੋ ਗਿਆ। ਟਵਿੱਟਰ ਨੂੰ ਲੈ ਲਓ ਜਾਂ ਸੋਸ਼ਲ ਹੋਰ ਮੀਡੀਆ ਜਿਹੜੇ ਪਲੇਟਫਾਰਮ ਹੈ ਉਹਨਾਂ ਨੂੰ ਲੈ ਲਓ, ਸਰਕਾਰਾਂ ਦਾ ਇਹਨਾਂ ਦੇ ਨਾਲ ਇੱਕ ਰਫੜ ਪਿਆ ਰਹਿੰਦਾ। 2020-21 ਦੇ ਵਿੱਚ ਜਦ ਕਿਸਾਨ ਅੰਦੋਲਨ ਸਿਖਰ ਤੇ ਸੀਗਾ, ਉਸ ਟਾਈਮ ਇਹ ਐਲੀਗੇਸ਼ਨ ਹੁਣ CEO ਜਿਹੜੇ ਫਾਰਮਰ ਸੀਗੇ ਜੈਕ ਡੋਰਸੇ, ਉਹਨਾਂ ਨੇ ਲਾਏ ਨੇ ਕਿ ਉਸ ਟਾਈਮ ਸਾਨੂੰ ਧਮਕੀ ਦਿੱਤੀ ਗਈ ਸੀ ਕਿ ਅਸੀਂ ਤੁਹਾਡਾ ਪਲੇਟਫਾਰਮ ਇੰਡੀਆ ਦੇ ਵਿੱਚੋਂ ਬੰਦ ਕਰ ਦਾਂਗੇ, ਔਰ ਸਾਡੇ EMPLOYEES ਸਾਡੇ ਦਫ਼ਤਰਾਂ ਦੇ ਉੱਤੇ ਰੇਡ ਪਾਉਣ ਦੀ ਵੀ ਗੱਲ ਕੀਤੀ ਗਈ ਸੀ। ਔਰ ਇਹ ਜਿਸ ਤਰੀਕੇ ਨਾਲ ਡੈਮੋਕ੍ਰੈਟਿਕ ਇੰਡੀਆ ਦੇ ਵਿੱਚ ਇਹ ਚੀਜ਼ਾਂ ਹੋ ਰਹੀ ਸੀ, ਉਹਨੂੰ ਸਾਨੂੰ ਫੇਸ ਕਰਨਾ ਪਿਆ। ਹਾਲਾਂਕਿ ਇਹਦਾ ਰਿਬਟਲ ਵੀ ਸਰਕਾਰ ਵੱਲੋਂ ਆ ਗਿਆ। ਅਨੁਰਾਗ ਠਾਕੁਰ ਹੋਣਾ ਹੋਣ ਜਾਂ ਚੰਦਰ ਸ਼ੇਖਰਨ ਹੋਣ, ਜਿਹੜੇ ਯੂਨੀਅਨ ਮਿਨਿਸਟਰ ਨੇ, ਉਹਨਾਂ ਨੇ ਕਿਹਾ ਵੀ ਟਵਿੱਟਰ ਦੇ ਹੈ ਜਿਹੜੇ ਡੋਰਸੇ ਸਾਹਿਬ ਨੇ, ਇਹ ਟਾਈਮਿੰਗ ਦੇਖੋ, ਇਹ ਕਦੋਂ ਇਹ ਗੱਲਾਂ ਚੁੱਕ ਰਹੇ ਨੇ। ਜਦ ਜੂਨ 22 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ US ਦੇ ਵਿਜ਼ਿਟ ਤੇ ਜਾ ਰਹੇ ਨੇ, ਨਾਲ ਦੇ ਨਾਲ ਇੱਕ ਹੋਰ ਗੱਲ ਚੱਲੀ ਹੈ ਕਿ ਜਿਹੜੀ BBC ਦੀ ਡਾਕੂਮੈਂਟਰੀ ਸੀਗੀ, ਜਿਹਦੇ ਉੱਤੇ ਇੱਕ ਕੰਟਰੋਵਰਸੀ ਸੀ ਕਿਉਂਕਿ ਸਰਕਾਰ ਨੇ ਉਹਨੂੰ ਬੈਨ ਕਰਤਾ ਸੀਗਾ, ਉਹਦੀ ਸਕਰੀਨਿੰਗ ਔਰ ਡੋਰਸੇ ਦਾ ਉਹ ਇੰਟਰਵਿਊ US ਦੇ ਵਿੱਚ ਇਸ ਟਾਈਮ ਦਿਖਾਉਣ ਦੀ ਵੀ ਗੱਲਾਂ ਚੱਲ ਰਹੀ ਹੈ। ਔਰ ਇਸ ਤੋਂ ਇਲਾਵਾ ਜਿਹੜੀ ਡੋਰਸੇ ਦੀ ਗੱਲ ਸੀਗੀ, ਉਹਨਾਂ ਦਾ ਕਹਿਣਾ ਸੀਗਾ ਨਾਈਜੀਰੀਆ, 3 ਕੰਟਰੀਆਂ ਦੇ ਉੱਤੇ ਉਹਨਾਂ ਨੇ ਉਂਗਲ ਉਠਾਈ ਸੀ, ਇੰਡੀਆ, ਨਾਈਜੀਰੀਆ ਤੇ ਤੁਰਕੀ। ਇਹ ਤਿੰਨੋਂ ਕੰਟਰੀ ਸੀ ਜਿਨ੍ਹਾਂ ਨੇ ਯੂਕਰੇਨ ਤੇ ਰਸ਼ੀਆ ਦੀ ਲੜਾਈ ਦੇ ਵਿੱਚ ਯੂਕਰੇਨ ਦਾ ਸਾਥ ਨਹੀਂ ਦਿੱਤਾ ਸੀਗਾ, ਬਲਕਿ ਰਸ਼ੀਆ ਨੂੰ ਕ੍ਰਿਟਿਸਾਈਜ਼ ਵੀ ਨਹੀਂ ਕੀਤਾ ਸੀਗਾ। ਇਹ ਸਾਰੀ ਗੱਲਾਂ ਨੂੰ ਹੁਣ ਉਠਾਣਾ, ਉਹ ਵੀ ਖਾਸ ਕਰਕੇ US ਵਿਜ਼ਿਟ ਤੋਂ ਪਹਿਲੇ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਸਤੇ ਕੋਈ ਐਮਬੈਰਸਮੈਂਟ ਵੀ ਉੱਥੇ ਹੋ ਸਕਦੀ ਹੈ ਉਹਨਾਂ ਨੂੰ। ਹੁਣ ਚਲੋ ਇਹ ਪੋਲੀਟੀਕਲ ਮੁੱਦਾ ਹੈ। ਟਵਿੱਟਰ ਦਾ ਹੁਣ ਐਲਨ ਮਸਕ ਕੋਲ ਹੈਗਾ। ਐਲਨ ਮਸਕ ਉਹਨਾਂ ਨੇ ਵੀ ਕੁਝ ਈਮੇਲਸ, ਕੁਝ ਗੱਲਾਂ ਦਾ ਖੁਲਾਸਾ ਕੀਤਾ ਸੀਗਾ ਟੇਕਿੰਗ ਓਵਰ ਤੋਂ ਬਾਅਦ, ਕਿ ਉਹਨਾਂ ਤੋਂ ਪਹਿਲੇ ਟਵਿੱਟਰ ਦੇ ਵਿੱਚ ਜੋ ਕੁਝ ਚੱਲਦਾ ਸੀਗਾ ਉਹਦਾ ਹਵਾਲਾ ਭਾਰਤ ਸਰਕਾਰ ਨੇ ਦਿੱਤਾ ਹੈ। ਕਿ ਮਸਕ ਉਹਨਾਂ ਦੀ ਵੀ ਆਪਣੇ ਆਪ ਵਿੱਚ ਇੱਕ ਗੱਲ ਸੀਗੀ ਕਿ ਜਦ ਪਹਿਲੇ ਜੋ ਕੁਝ ਹੋਇਆ ਟਵਿੱਟਰ ਦੇ ਵਿੱਚ, ਉਹ ਕਿਸ ਤਰੀਕੇ ਨਾਲ ਹੁੰਦਾ ਸੀ, ਕਿਸ ਤਰੀਕੇ ਨਾਲ ਪੋਸਟ ਨੂੰ ਬੈਨ ਕਰਨ ਦੀ ਕੋਸ਼ਿਸ਼ ਕੀਤੀ ਸੀ। ਔਰ ਡੋਰਸੇ ਉਹਨਾਂ ਦੀ ਇਹ ਗੱਲ ਕਿ ਕੁਝ ਪੱਤਰਕਾਰਾਂ ਦੇ ਟਵਿੱਟਰ ਹੈਂਡਲ ਨੂੰ ਕਲੋਜ਼ ਕਰਨ ਦੀ, ਡਾਊਨ ਕਰਨ ਦੀ ਜਾਂ ਉਹਨਾਂ ਨੂੰ ਬੈਨ ਕਰਨ ਦੀ ਵੀ ਗੱਲਾਂ ਸਰਕਾਰ ਨੇ ਸਾਨੂੰ ਬਾਹਮ ਰੋੜ ਕੇ ਇਹ ਗੱਲ ਕਹੀ ਸੀ। ਇਹ ਸਾਰੀ ਗੱਲਾਂ ਆਈ ਤੇ ਹੈਗੀ ਹੈ ਹੁਣ ਪਬਲਿਕ ਡੋਮੇਨ ਦੇ ਵਿੱਚ, ਪਰ ਇਹ ਉਸ ਸਿਖਰ ਦੇ ਵਿੱਚ ਖਾਸ ਕਰਕੇ ਜੋ ਬਾਈਡਨ ਦੀ ਮੀਟਿੰਗ ਦੇ ਵਿੱਚ ਰੇਜ਼ ਹੋਣਗੀ, ਇਹਦੇ ਉੱਤੇ ਹਜੇ ਡਾਊਟ। ਇੰਦਰਪ੍ਰੀਤ ਜੀ, ਪੰਜਾਬ ਦੇ ਵਿੱਚ ਵੀ ਇਹਨਾਂ ਮਾਮਲਿਆਂ 'ਚ ਸਭ ਅੱਛਾ ਨਹੀਂ ਹੈ। ਪੰਜਾਬ ਦੇ ਵਿੱਚ ਵੀ ਵਿਰੋਧੀ ਧਿਰਾਂ ਰੌਲਾ ਪਾ ਰਹੀਆਂ ਕਿ ਮੀਡੀਆ ਕੰਟਰੋਲ ਕੀਤਾ ਜਾਂਦਾ ਹੈ। ਸੋ ਪੰਜਾਬ ਦੇ ਵਿੱਚ ਵੀ ਇਹਨਾਂ ਮਾਮਲਿਆਂ 'ਚ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਕਿ ਦੁੱਧ ਧੋਤੇ ਆ। ਇਲਜ਼ਾਮ ਤਾਂ ਆ ਹੀ ਰਿਹਾ, ਸਰਕਾਰ ਨੇ ਕਦੇ ਵੀ ਇਹਦੇ ਉੱਤੇ ਜਾਂ ਕਿਸੇ ਨੁਮਾਇੰਦੇ ਨੇ ਕਦੇ ਵੀ ਆਪਣੀ ਜ਼ੁਬਾਨ ਨਹੀਂ ਖੋਲੀ, ਕਦੇ ਵੀ ਉਹਨਾਂ ਤੇ ਟਿੱਪਣੀ ਕਰਨੀ ਵੀ ਮੁਨਾਸਿਬ ਨਹੀਂ ਸਮਝੀ। ਬਿਲਕੁਲ ਹੋ ਰਿਹਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਰੰਧਾਵਾ ਸਾਹਿਬ। ਕਿ ਪਹਿਲਾਂ ਦੇਖੋ, ਗਵਰਨਮੈਂਟ ਆਫ ਇੰਡੀਆ ਦੇ ਉੱਤੇ ਤਾਂ ਪਹਿਲਾਂ ਇਹ ਲੱਗਦਾ ਹੀ ਰਿਹਾ ਕਿ ਉਹਨਾਂ ਨੇ ਬਹੁਤ ਸਾਰੇ ਜਿਹੜੇ TV ਚੈਨਲ ਹੈਗੇ ਆ ਉਹਨਾਂ ਨੂੰ ਕੰਟਰੋਲ ਕੀਤਾ ਹੋਇਆ, ਅਖਬਾਰਾਂ ਨੂੰ ਵੀ ਕੰਟਰੋਲ ਕੀਤਾ ਹੋਇਆ। ਤੇ ਉਸ ਤੋਂ ਬਾਅਦ ਪਰ ਅਫਸੋਸ ਇਹ ਇਸ ਗੱਲ ਦਾ ਹੈ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਰੌਲਾ ਪਾਉਂਦੀਆਂ ਕਿ ਕੰਟਰੋਲ ਕੀਤਾ ਜਾ ਰਿਹਾ, ਚਾਹੇ ਉਹਨਾਂ 'ਚ ਆਮ ਆਦਮੀ ਪਾਰਟੀ ਹੀ ਕਿਉਂ ਨਾ, ਇਲੈਕਸ਼ਨਾਂ ਤੋਂ ਪਹਿਲਾਂ ਇਹ ਵੀ ਇਸ ਗੱਲ ਦਾ ਰੌਲਾ ਪਾਉਂਦੇ ਰਹੇ ਹੈ ਕਿ ਗਵਰਨਮੈਂਟ ਆਫ ਜਿਹੜੀ ਮੋਦੀ ਸਰਕਾਰ ਹੈ ਉਹ ਕੰਟਰੋਲ ਕਰਦੀ ਹੈ। ਪਰ ਇਹ ਵੀ ਉਸੇ ਰਾਹ ਤੇ ਹੀ ਤੁਰੇ ਹੋਏ ਹੈ। ਇਹਨਾਂ ਨੇ ਵੀ ਉਸੇ ਤਰ੍ਹਾਂ ਦੇ ਹੀ ਬਹੁਤ ਛੋਟੇ ਛੋਟੇ ਜਿਹੜੇ ਯੂਟਿਊਬਰ ਚੈਨਲ ਇਸ ਤਰ੍ਹਾਂ ਦੇ ਸੀ ਜਿਹੜੇ ਹੋ ਸਕਦਾ ਕਿ ਸਰਕਾਰ ਨੂੰ ਕ੍ਰਿਟਿਸਾਈਜ਼ ਕਰ ਰਹੇ ਹੋਣ, ਤਾਂ ਉਹਨਾਂ ਦੇ ਉੱਤੇ ਇੱਕ ਤਰ੍ਹਾਂ ਦਾ ਉਹਨਾਂ ਦੇ ਫੇਸਬੁੱਕ ਪੇਜ ਹਟਾਉਣਾ, ਉਹਨਾਂ ਦੇ ਟਵਿੱਟਰ ਹੈਂਡਲ ਬੰਦ ਕਰ ਦੇਣਾ, ਇਸ ਤਰ੍ਹਾਂ ਦੀ ਕਾਰਵਾਈਆਂ ਕੀਤੀਆਂ ਨੇ। ਇਹ ਠੀਕ ਹੈ ਕਿ ਹੁਣ ਸਾਰਿਆਂ ਦੇ ਸਾਰੇ ਚਲਾ ਤੇ ਗਏ ਹੈ। ਇਹਦੇ ਤੇ ਇੱਕ ਹੋ ਸਕਦਾ ਕਿ ਦਬਾਅ ਹੋਵੇ ਲੋਕਾਂ ਦਾ ਵੀ ਕਿ ਤੁਸੀਂ ਵੀ ਤਾਂ ਉਹੀ ਕੰਮ ਕਰ ਰਹੇ ਹੋ ਜੋ ਤੁਸੀਂ ਪਹਿਲਾਂ ਗਵਰਨਮੈਂਟ ਆਫ ਇੰਡੀਆ ਨੂੰ ਕਹਿੰਦੇ ਰਹੇ ਹੋ। ਸੋ ਇਹਨਾਂ ਨੇ ਤਾਂ ਹਜੇ ਹੁਣ ਕੁਝ ਠੀਕ ਕਰ ਲਿਆ, ਪਰ ਗਵਰਨਮੈਂਟ ਆਫ ਇੰਡੀਆ ਵਾਲਾ ਹਜੇ ਠੀਕ ਨਹੀਂ ਹੋਇਆ। ਉਹ ਹਜੇ ਵੀ ਉਸੇ ਤਰ੍ਹਾਂ ਹੀ
ਦਬਾਅ ਦੀ ਰਾਜਨੀਤੀ ਕਰ ਰਹੇ। ਮੈਨੂੰ ਲੱਗਦਾ ਕਿ ਹਰ ਸਰਕਾਰ ਇਹ ਕੰਮ ਕਰਦੀ ਹੈ, ਥੋੜਾ ਕਰਦੀ ਹੈ ਕਿ ਜ਼ਿਆਦਾ ਕਰਦੀ ਹੈ, ਇਹ ਮਾਤਰਾ ਦਾ ਫਰਕ ਹੋ ਸਕਦਾ ਹੈ, ਬੁਨਿਆਦੀ ਫਰਕ ਕੋਈ ਨਹੀਂ ਹੈਗਾ। ਮਾਤਰਾ 'ਚ ਕਿਸੇ ਨੇ 2 ਚੈਨਲ ਬੰਦ ਕੀਤੇ ਹੋਣੇ ਤੇ ਕੋਈ ਆ ਕੇ 4 ਚੈਨਲ ਬੰਦ ਕਰ ਦੇਗਾ। ਸੋ ਇਹ ਮਾਤਰਾ ਦਾ ਹੀ ਫਰਕ ਹੈ, ਬੁਨਿਆਦੀ ਫਰਕ ਕੋਈ ਨਹੀਂ ਹੈ। ਵੀ ਤੁਹਾਨੂੰ ਸਭ ਨੂੰ ਪੂਰੀ ਆਜ਼ਾਦੀ ਹੈ ਵੀ ਤੁਸੀਂ ਜੋ ਮਰਜ਼ੀ ਕ੍ਰਿਟੀਸਾਈਜ਼ ਕਰੋ ਗਵਰਨਮੈਂਟ ਦੀ ਪਾਲਿਸੀਆਂ ਨੂੰ ਲੈ ਕੇ। ਹਾਂ, ਪਰਸਨਲ ਹੋਣਾ ਕਿਤੇ ਕਿਤੇ ਦੇਖੋ ਮੀਡੀਆ ਦੇ ਵਿੱਚ ਵੀ ਆਉਂਦਾ ਕਿ ਆਪਾਂ ਬਹੁਤ ਹੀ ਪਰਸਨਲ ਹੋ ਕੇ ਅਟੈਕ ਕਰਦੇ ਹਾਂ, ਵੀ ਨਿੱਜੀ ਰਿਸ਼ਤਿਆਂ ਦੇ ਵਿੱਚ ਚਲੇ ਜਾਂਦੇ ਆ ਜਾਂ ਹੋਰ ਇਸ ਕਿਸਮ ਦੀ। ਮੈਨੂੰ ਲੱਗਦਾ ਕਿ ਉਸ ਤੋਂ ਸਾਨੂੰ ਬਚਣਾ ਚਾਹੀਦਾ ਹੈ। ਮੀਡੀਆ ਦੇ ਵੀ ਜਿਹੜਾ ਇੱਕ ਉਹ ਹੈਗਾ ਉਹ ਪਾਲਿਸੀ ਨੂੰ ਲੈ ਕੇ ਹੀ ਹੋਣਾ ਚਾਹੀਦਾ ਕਿ ਯਾਰ ਪਾਲਿਸੀਆਂ ਜਿਹੜੀਆਂ ਲੋਕਾਂ ਤੇ ਲਾਗੂ ਹੁੰਦੀਆਂ ਨੇ ਉਹਨਾਂ ਨਾਲ ਕਿਵੇਂ ਹੈਂਡਲ ਕਰਨਾ। ਆਖਰ ਦੇ ਵਿੱਚ ਸੰਖੇਪ ਜਿਹੀ ਟਿੱਪਣੀ ਮੈਨੂੰ ਇਹ ਦੇ ਦਿਓ, ਥੋੜੀ ਜਾਣਕਾਰੀ ਦੇ ਦਿਓ ਕਿ ਕਿਸਾਨੀ ਅੰਦੋਲਨ ਫਿਰ ਇੱਕ ਵਾਰੀ ਉਬਾਲ ਜੇ ਤੇ ਆ, ਇੱਕ ਵਾਰੀ ਫਿਰ ਇੰਜ ਲੱਗ ਰਿਹਾ ਕਿ ਜੇ ਸਰਕਾਰ ਨੇ ਇਹਨੂੰ ਠੀਕ ਹੈਂਡਲ ਨਾ ਕੀਤਾ, ਕਿਸਾਨੀ ਮੰਗਾਂ ਤੇ ਕੰਨ ਨਾ ਧਰਿਆ, ਤੇ ਇੱਕ ਵਾਰੀ ਫਿਰ ਇਹ ਲੋਕ ਅੰਦੋਲਤ ਹੋ ਸਕਦੇ ਆ। ਜਿਹੜੀ ਟਵਿੱਟਰ ਵਾਲੀ ਗੱਲ ਤੇ ਕਿਸਾਨੀ ਵਾਲੀ ਗੱਲ ਇਕੱਠੀਆਂ ਹੀ ਆਈਆਂ ਨੇ ਫਿਰ ਇੱਕ ਵਾਰੀ। ਰੰਧਾਵਾ ਸਾਹਿਬ ਦੇਖੋ, ਕੱਲ ਦਾ ਜਿਹੜਾ ਦਿਨ ਸੀਗਾ ਉਹ ਪੰਜਾਬ ਤੇ ਹਰਿਆਣਾ ਦੇ ਜਿਹੜੇ ਆਮ ਲੋਕ ਨੇ, ਸਧਾਰਨ ਲੋਕ, ਜਿਨ੍ਹਾਂ ਦਾ ਮਤਲਬ ਨਾ ਤਾਂ ਕਿਸਾਨਾਂ ਨਾਲ ਕੋਈ ਸਰੋਕਾਰ ਹੈ ਨਾ ਸਰਕਾਰਾਂ ਨਾਲ ਕੋਈ ਸਰੋਕਾਰ, ਉਹਨਾਂ ਨੂੰ ਕੱਲ ਬਹੁਤ ਪਰੇਸ਼ਾਨੀ ਝੇਲਣੀ ਪਈ ਹੈ ਜਦੋਂ ਪੂਰਾ ਨੈਸ਼ਨਲ ਹਾਈਵੇ ਵੀ ਜਾਮ ਰਿਹਾ ਹੈ ਔਰ ਇੱਧਰ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਸੜਕਾਂ ਇਹਨਾਂ ਨੇ ਜਾਮ ਕਰਤੀਆਂ। ਜਿਹੜਾ ਸੂਰਜਮੁਖੀ ਨੂੰ MSP ਤੇ ਖਰੀਦਣ ਦਾ ਮਾਮਲਾ ਹੈ ਹਰਿਆਣਾ ਦੇ ਵਿੱਚ, ਉਹ ਰਾਤੀ 9 ਵਜੇ ਜਾ ਕੇ ਕਿਤੇ ਹੱਲ ਹੋਇਆ। ਸੋ ਮੇਰਾ ਬਾਰ-ਬਾਰ ਇਹ ਕਹਿਣਾ ਵੀ ਜਿਹੜੀ ਸਾਡੀ ਸ਼ਕਤੀ ਹੈ ਨਾ, ਮਤਲਬ ਪਾਵਰ ਹੈ, ਉਹ ਛੋਟੇ ਛੋਟੇ ਇਸ਼ੂਜ਼ ਦੇ ਉੱਤੇ ਮੈਨੂੰ ਲੱਗਦਾ ਕਿ ਨਹੀਂ ਹੋਣੀ ਚਾਹੀਦੀ। ਉਹ ਇੱਕ ਸੂਰਜਮੁਖੀ ਦੀ ਫਸਲ ਇੰਪੋਰਟੈਂਟ ਨਹੀਂ ਹੈ, ਇੰਪੋਰਟੈਂਟ ਤਾਂ ਸਾਰੀਆਂ ਫਸਲਾਂ ਦੇ ਉੱਤੇ MSP ਲਾਗੂ ਕਰਾ ਕੇ ਉਹਦੀ ਖਰੀਦ ਯਕੀਨੀ ਬਣਾਉਣ ਦੀ ਗੱਲ ਹੈ। ਅਸਲ 'ਚ ਤਾਂ ਇਸ਼ੂ ਇਹ ਹੈ ਔਰ ਇਹ ਕੰਸੀਡਰ ਨਹੀਂ ਹੋ ਰਹੇ। ਛੋਟੀਆਂ ਛੋਟੀਆਂ ਇਸ਼ੂ ਮਤਲਬ ਜਿਹੜੇ ਫਿਰ ਇਸ਼ੂ ਰਹਿ ਜਾਂਦੇ ਆ ਵੀ ਜੀ ਬਿਜਲੀ ਤੁਸੀਂ 8 ਘੰਟੇ ਕਿਹਾ ਸੀ ਉਹ 6 ਘੰਟੇ ਆ ਰਹੀ ਹੈ, ਸਾਨੂੰ ਬਿਜਲੀ ਪ੍ਰੋਪਰ ਨਹੀਂ ਮਿਲ ਰਹੀ। ਇੱਦਾਂ ਦੇ ਜਿਹੜੇ ਛੋਟੇ ਇਸ਼ੂ ਨੇ ਫਿਰ ਉਹਨਾਂ ਤੇ ਹੋ ਕੇ ਰਹਿ ਜਾਂਦੀ ਹੈ। ਇਸੇ ਕਰਕੇ ਹੀ ਤੁਸੀਂ ਦੇਖੋ ਪੰਜਾਬ ਦੇ ਵਿੱਚ ਕਿੰਨੀਆਂ ਜ਼ਿਆਦਾ ਜਥੇਬੰਦੀਆਂ ਨੇ ਜਿਹੜੀਆਂ ਉਹ ਬਿਖਰਾਓ ਦੇ ਵਿੱਚ ਨੇ। ਹਰ ਜਥੇਬੰਦੀ ਦਾ ਇੱਕ ਆਪਣੀ ਮੰਗ ਹੈ ਔਰ ਆਪਣਾ ਧਰਨਾ ਹੈ। ਹਰਿਆਣਾ ਦੇ ਵਿੱਚ ਘੱਟੋ ਘੱਟ ਇਹ ਨਹੀਂ ਹੈ। ਹਰਿਆਣਾ ਦੇ ਵਿੱਚ ਅਜੇ ਤੱਕ ਕਿਸਾਨ ਇੱਕੋ ਇਸ਼ੂ ਨੂੰ ਲੈ ਕੇ ਚੱਲੇ ਸੀਗੇ ਔਰ ਉਹ ਉਹਨਾਂ ਨੇ ਰਾਤੀ ਜਿੱਤ ਲਿਆ। ਪਰ ਮਾਮਲੇ ਫਿਰ ਗਵਰਨਮੈਂਟ ਆਫ ਇੰਡੀਆ ਦੇ ਉੱਤੇ ਹੀ ਜਾਣਗੇ ਕਿ ਖੇਤੀਬਾੜੀ ਬੇਸ਼ੱਕ ਵਿਸ਼ਾ ਸਟੇਟ ਗਵਰਨਮੈਂਟਸ ਦਾ ਹੈ, ਪਰ ਉਹਨਾਂ ਨੇ ਜਿਸ ਤਰ੍ਹਾਂ ਸ਼ਕਤੀਆਂ ਦਾ ਕੇਂਦਰੀਕਰਨ ਕਰਕੇ ਸਾਰੀ ਪਾਵਰਾਂ ਆਪਣੇ ਕੋਲ ਲੈ ਲਈਆਂ ਨੇ ਔਰ ਸਟੇਟਾਂ ਕੋਲ ਕੁਝ ਰਹਿਣ ਹੀ ਨਹੀਂ ਦਿੱਤਾ, ਤਾਂ ਇਹ ਹੁਣ ਮੈਨੂੰ ਲੱਗਦਾ ਕਿ ਉਹਦੇ ਉੱਤੇ ਫੈਸਲਾ ਵੀ ਜਿਹੜਾ ਹੈਗਾ ਉਹ ਸੈਂਟਰ ਗਵਰਨਮੈਂਟ ਨੂੰ ਹੀ ਕਰਨਾ ਪਊਗਾ ਕਿ ਉਹਨੇ ਸਾਰੀਆਂ ਦੀਆਂ ਸਾਰੀਆਂ ਫਸਲਾਂ MSP ਤੇ ਖਰੀਦਣਾ ਕਿਵੇਂ ਯਕੀਨੀ ਬਣਾਉਣਾ ਹੈ। ਇਸ ਤੇ ਕਾਨੂੰਨ ਕਦੋਂ ਬਣਾ ਦੇਣਗੇ, ਕਿਉਂਕਿ ਉਹ ਕਮੇਟੀ ਬਣੇ ਨੂੰ ਵੀ 1.5 ਸਾਲ ਤੋਂ ਉੱਪਰ ਹੋ ਚੁੱਕਿਆ, ਅਜੇ ਤੱਕ ਉਹ ਕਮੇਟੀ ਦੀ ਕੋਈ ਬਾਤ ਆ ਨਹੀਂ ਹੈ ਵੀ ਉਹਨੇ ਕੀ ਲਿਆ ਕੇ ਸਾਨੂੰ ਦਿੱਤਾ ਹੈ ਤੇ ਉਸ ਤੇ ਗਵਰਨਮੈਂਟ ਆਫ ਇੰਡੀਆ ਕਿਵੇਂ ਅੱਗੇ ਵਧੇਗੀ। ਮੈਨੂੰ ਲੱਗਦਾ ਕਿ ਇਹ ਸਾਰਾ ਕੁਝ ਜਿਹੜਾ ਹੈਗਾ ਨਾ ਉਹ ਵੋਟ ਪੋਲਿਟਿਕਸ ਦੀ ਨਜ਼ਰੀਏ ਤੋਂ ਕੀਤਾ ਜਾ ਰਿਹਾ। ਵੀ ਹੋ ਸਕਦਾ ਹੈ ਕਿ ਅੱਜ ਜੋ ਮੋਮੈਂਟਮ ਖੜਾ ਕੀਤਾ ਹੈ 24 ਦੀ ਇਲੈਕਸ਼ਨ ਜਦੋਂ ਨੇੜੇ ਜੀ ਆ ਜਾਏਗੀ ਉਦੋਂ ਕਿਤੇ ਇਸ ਤਰ੍ਹਾਂ ਦਾ ਗਵਰਨਮੈਂਟ ਆਫ ਇੰਡੀਆ ਕਰ ਲੇ ਕਿ ਹਾਂ ਜੀ ਅਸੀਂ ਸਾਰੀ ਫਸਲਾਂ ਤੇ MSP ਦੇ ਦਾਂਗੇ। ਤਾਂ ਇਸ ਤਰ੍ਹਾਂ ਦੇ ਮੈਨੂੰ ਲੱਗਦਾ ਵੋਟ ਪੋਲਿਟਿਕਸ ਨੂੰ ਦੇਖ ਕੇ ਜ਼ਿਆਦਾ ਕੀਤਾ ਜਾ ਰਿਹਾ, ਅਸਲ ਸਮੱਸਿਆ ਨੂੰ ਸਮਝ ਕੇ ਉਹਦਾ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। MSP ਇੱਕ ਬਹੁਤ ਵੱਡਾ ਇਸ਼ੂ ਹੈ, ਇਹਨੂੰ ਇੰਨੀ ਕਾਹਲੀ ਦੇ ਵਿੱਚ ਸਰਕਾਰ ਟੱਚ ਨਹੀਂ ਕਰਨਾ ਚਾਹੂਗੀ। ਸਵਾਲ ਇਸ ਗੱਲ ਦਾ ਹੈ ਕਿ MSP ਦੇ ਉੱਤੇ ਸਾਰੀ ਫਸਲ ਖਰੀਦਣ ਦੀ ਸਥਿਤੀ 'ਚ ਹੈ ਕੇਂਦਰ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।